ਦੋਸਤੋ ਅੱਜ ਦੀ ਸ਼ਾਮ ਦੇ ਸਾਡੇ ਜਿਹੜੇ ਨੈਕਸਟ ਸਿਖਰ ਨੇ ਔਰ ਪੰਜਾਬੀ ਕਹਾਣੀ ਦਾ ਵੀ ਇਸ ਟਾਈਮ ਮੈਂ ਸਿਖਰ ਕਹਿ ਸਕਦਾ ਕਿਉਂਕਿ ਬਹੁਤੀ ਸਿੱਖ ਕਹਾਣੀ ਆ ਰਹੀ ਹੈ ਪੰਜਾਬੀ ਦੇ ਵਿੱਚ। ਮੈਂ ਦੇਖ ਰਿਹਾ ਸੀਗਾ ਕੱਲ੍ਹ ਕਹਾਣੀ ਪੜ੍ਹ ਕੇ ਮੈਂ ਦੰਗ ਹੀ ਰਹਿ ਗਿਆ। ਬੜਾ ਸੀਨੀਅਰ ਕਹਾਣੀਕਾਰ ਆ, ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਮਿੱਟੀ ਨਿਕਲ ਗਈ। ਮੇਰੇ ਪੈਰਾਂ ਥੱਲੇ ਮਿੱਟੀ ਨਿਕਲ ਗਈ। ਘਰੇ ਨਹੀਂ ਹੋ ਆਪਾਂ ਚੁਗਲੀ ਨਹੀਂ ਕਰਨੀ ਕਿਸੇ ਦੀ ਕਿਉਂਕਿ ਦੀਪਤੀ ਬਬੂਚਾ ਹੋਰਾਂ ਦੀ ਮੈਂ ਦੇਖਿਆ ਜਦੋਂ ਅਸੀਂ ਕਿਸੇ ਕਰੈਕਟਰ ਨੂੰ ਲੈਂਦੇ ਹਾਂ ਔਰ ਉਸ ਕਰੈਕਟਰ ਦੀ ਜਿਹੜੀ ਇੰਟੈਂਸਿਟੀ ਹੁੰਦੀ ਆ ਔਰ ਉਹਦੀ ਜਿਹੜੀ ਸਟੀਮ ਆਫ ਕੌਨਸ਼ੀਅਸ, ਮੰਨ ਲਓ ਇਹਨਾਂ ਦੇ 20 ਕਰੈਕਟਰ ਮੈਂ ਦੇਖੇ ਨੇ ਤੇ ਹਰ ਇੱਕ ਦੀ ਆਪਣੀ ਭਾਸ਼ਾ, ਹਰ ਇੱਕ ਦੀ ਆਪਣੀ ਬਾਡੀ ਲੈਂਗੁਏਜ, ਹਰ ਇੱਕ ਦੀ ਆਪਣੀ ਸ਼ਕਲ, ਹਰ ਇੱਕ ਦਾ ਆਪਣਾ ਅੱਖਾਂ ਘੁਮਾਉਣ ਦਾ। ਮੈਂ ਜੈਲਸ ਹੁੰਨਾ ਡਾਕਟਰ ਸੋਹਲ ਹੋਰਾਂ ਦੀਆਂ ਅੱਜ ਕੱਲ੍ਹ ਕਹਾਣੀਆਂ ਪੜ੍ਹਦਾ ਤੇ ਯਾਰ ਜਿੰਨਾ ਕੀਨਲੀ ਇਹ ਕਰੈਕਟਰ ਦੇਖਦੇ ਆ। ਜੇ ਮੈਂ ਇੱਦਾਂ ਬੀਬੀਆਂ ਨੂੰ ਦੇਖਣ ਲੱਗਾ ਕਿਤੇ ਕੋਟੀ ਨਾ ਖਾ ਲਵਾਂ, ਨੋਟ ਕਰਦਾ। ਖੈਰ ਦੀਪਤੀ ਹੋਰਾਂ ਨੇ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਗੁੱਝਾ ਤੇ ਭਰਵਾਂ ਕਦਮ ਰੱਖਿਆ। ਉਹਨਾਂ ਦਾ ਕਹਾਣੀ ਸੰਗ੍ਰਹਿ ਵੀ ਆਇਆ ਔਰ ਖਾਸ ਕਰਕੇ ਔਰਤ ਦੀ ਹੋਂਦ, ਅਸਤਿਤਵ, ਵੇਦਨਾ, ਸੰਵੇਦਨਾ, ਉਹਦੇ ਅੰਤਰ 'ਚ ਪਈਆਂ ਬਹੁਤ ਸਾਰੀਆਂ ਕਾਲੀਆਂ ਕੰਦਰਾਂ 'ਚ ਵੀ ਬੈਟਰੀਆਂ ਮਾਰਦੇ ਨੇ, ਕਿਤੇ ਨਾ ਕਿਤੇ ਤੁਹਾਨੂੰ ਜਗਾਉਂਦੇ ਨੇ ਔਰ ਬੜੀ ਡਿਟੇਲ ਲੰਬੀ ਕਹਾਣੀ ਜਿਹਨੂੰ ਕਹਾਂਗੇ ਆਪਾਂ ਇੱਕ ਜਿਹੜੀ ਜਿਸ ਕਹਾਣੀ ਦੀ ਅੱਜ ਉਮੀਦ ਕੀਤੀ ਜਾਂਦੀ ਹੈ। ਦੀਪਤੀ ਹੋਰੀ ਲਿਖਦੇ ਨੇ, ਦੀਪਤੀ ਹੋਰੀ ਆਪਣੇ ਸਿਰਜਣ ਪ੍ਰਕਿਰਿਆ ਔਰ ਆਪਣੇ ਪਾਤਰਾਂ ਬਾਰੇ ਗੱਲਾਂ ਕਰਦੇ ਜੀ। ਸ਼ੁਕਰੀਆ। ਸਭ ਤੋਂ ਪਹਿਲੇ ਤਾਂ ਮੈਂ ਮੈਡਮ ਸੋਹਲ ਕਾਲੀ ਸਰ, ਰਵੇਲ ਸਰ, ਤੁਹਾਡੇ ਬਹੁਤ ਭੰਡਾਰੀ ਅੰਕਲ ਜੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹ ਮੰਚ ਪ੍ਰਦਾਨ ਕੀਤਾ ਔਰ ਮੇਰੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਕਰਨ ਦਾ ਮੈਨੂੰ ਮੌਕਾ ਮਿਲਿਆ। ਅਤੇ ਜੇ ਕਹਾਂ ਕਿ ਹੌਲੇ ਹੋਣ ਦਾ ਮੈਨੂੰ ਸਮਾਂ ਦਿੱਤਾ ਗਿਆ ਤਾਂ ਇਹਦੇ ਵਾਸਤੇ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਜ਼ਿਆਦਾ ਰਿਣੀ ਹਾਂ। ਮੈਂ ਆਪਣੇ ਬਾਰੇ ਘੱਟ ਗੱਲਾਂ ਕਰਾਂਗੀ ਕਿਉਂਕਿ ਮੈਂ ਵੀਨਾ ਵਰਮਾ ਜੀ ਦੀ ਇੱਕ ਗੱਲ ਨੂੰ ਬੜਾ ਦਿਲੋਂ ਮੰਨਦੀ ਹਾਂ ਕਿ ਕਹਾਣੀ ਵਿੱਚ ਭਾਵੇਂ ਲੇਖਕ ਆਪ ਨਹੀਂ ਹੁੰਦਾ ਪਰ ਨਾ ਹੋ ਕੇ ਵੀ ਉਹ ਹੁੰਦਾ ਜ਼ਰੂਰ ਹੈ। ਗੈਰ ਹਾਜ਼ਰ ਲੇਖਕ ਨਹੀਂ ਰਹਿ ਸਕਦਾ। ਤਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਿਸੇ ਲੇਖਕ ਨੂੰ ਪੂਰਾ ਪੜ੍ਹਦੇ ਹਾਂ ਨਾ ਅਤੇ ਅਸੀਂ ਉਹਦੇ ਵਿੱਚੋਂ ਲੇਖਕ ਦੀ ਸ਼ਖਸੀਅਤ ਨੂੰ ਬੜੀ ਆਸਾਨੀ ਦੇ ਨਾਲ ਪਕੜ ਸਕਦੇ ਹਾਂ। ਅਤੇ ਮੈਨੂੰ ਲੱਗਦਾ ਕਿ ਕਿਸੇ ਵੀ ਲੇਖਕ ਨੂੰ ਆਪਣੀ ਬਾਇਓਗ੍ਰਾਫੀ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਜਦੋਂ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡੇ ਸੁਹਿਰਦ ਪਾਠਕ ਸਾਨੂੰ ਪੜ੍ਹਨਗੇ ਤਾਂ ਮੈਨੂੰ ਲੱਗਦਾ ਕਿ ਸਾਡੀ ਬਾਇਓਗ੍ਰਾਫੀ ਜੇ ਉਹ ਲਿਖ ਕੇ ਸਾਹਮਣੇ ਰੱਖਣਗੇ ਤਾਂ ਉਹ ਸਾਡੇ ਨਾਲ ਬੈਟਰ ਤਰੀਕੇ ਨਾਲ ਲਿਖ ਪਾਉਣਗੇ। ਕਾਰਨ ਕੀ ਹੈ ਉਹਦਾ? ਕਾਰਨ ਇਹ ਹੈ ਕਿ ਕੋਈ ਵੀ ਬੰਦਾ ਜਿੰਨਾ ਮਰਜ਼ੀ ਕਹੇ ਕਿ ਮੈਂ ਆਪਣੀ ਆਤਮ ਕਥਾ ਵਿੱਚ ਸੱਚ ਬੋਲਾਂਗਾ, ਪਰ ਸੱਚ ਬੋਲਣਾ ਇੰਨਾ ਸੌਖਾ ਨਹੀਂ ਹੁੰਦਾ। ਅਸੀਂ ਆਪਣੇ ਪਾਤਰਾਂ ਦੀ ਆੜ ਦੇ ਵਿੱਚ ਆਪਣੇ ਮਨ 'ਚ ਲਿਖੇ ਹੋਏ ਗੁੱਝੇ ਭੇਤ ਜਿਹੜੇ ਨੇ ਬੜੀ ਆਸਾਨੀ ਦੇ ਨਾਲ ਖੋਲ੍ਹ ਜਾਂਦੇ ਹਾਂ। ਇੱਕ ਅਸੀਂ ਓਲਾ ਰੱਖਦੇ ਹਾਂ ਹਮੇਸ਼ਾ, ਤਾਂ ਹੀ ਲੇਖਕ ਨਾ ਹੋ ਕੇ ਵੀ ਆਪਣੀ ਰਚਨਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿੰਦਾ ਹੈ। ਅਤੇ ਜੇ ਉਹ ਹਾਜ਼ਰ ਨਹੀਂ ਰਹੇਗਾ ਤਾਂ ਉਹਦੀ ਰਚਨਾ ਵਿੱਚ ਕਦੀ ਵੀ ਰੂਹ ਪੈ ਹੀ ਨਹੀਂ ਸਕਦੀ। ਉਹ ਸਿਰਫ ਇੱਕ ਕਲਬੂਤ ਹੋਏਗਾ, ਉਹ ਮਰੀ ਹੋਈ ਰਚਨਾ ਹੋਏਗੀ, ਉਹਦੇ ਵਿੱਚ ਜ਼ਿੰਦਗੀ ਦੇ ਸਾਹ ਕਦੀ ਵੀ ਫੂਕੇ ਨਹੀਂ ਜਾ ਸਕਦੇ। ਬੜੀਆਂ ਸਾਰੀਆਂ ਗੱਲਾਂ ਹੋਈਆਂ ਮੌਤ ਦੇ ਬਾਰੇ ਵਿੱਚ ਵੀ, ਸੰਪੂਰਨਤਾ ਦੇ ਬਾਰੇ ਵਿੱਚ ਵੀ। ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਮੈਂ ਜਦੋਂ ਵੀ ਕੋਈ ਕਹਾਣੀ ਲਿਖਦੀ ਹਾਂ ਨਾ ਤਾਂ ਮੈਨੂੰ ਲੱਗਦਾ ਕਿ ਹਾਂ ਕਿਆ ਕਮਾਲ ਦੀ ਮੈਂ ਕਹਾਣੀ ਲਿਖ ਦਿੱਤੀ ਹੈ ਨਾ, ਜਦੋਂ ਮੈਨੂੰ ਫਾਈਨਲ ਕਰ ਲੈਂਦੇ ਹਾਂ। ਪਰ ਜਦੋਂ ਉਸ ਤੋਂ ਬਾਅਦ ਮੈਂ ਅਗਲੀ ਹੋਰ ਕਹਾਣੀ ਲਿਖਦੀ ਹਾਂ ਨਾ ਤਾਂ ਮੈਨੂੰ ਉਹ ਕਹਾਣੀ ਆਪਦੀ ਪਹਿਲੀ ਬੋਣੀ ਲੱਗਣ ਲੱਗ ਪੈਂਦੀ ਹੈ। ਉਹ ਵੀ ਮੈਨੂੰ ਲੱਗਦਾ ਕਿ ਹਾਂ ਠੀਕ ਹੈ। ਆਪਾਂ ਇੱਕ ਲਾਈਨ ਪਹਿਲੇ ਕਹਿੰਦੇ ਵਾਈ ਹੋਈ ਹੈ ਨਾ, ਬਰਨਾਰਡ ਸ਼ਾਹ ਨੂੰ ਕਿਹਾ ਕਿ ਇੱਕ ਲਾਈਨ ਖਿੱਚੀ ਹੋਈ ਹੈ, ਤੁਸੀਂ ਇਸ ਲਾਈਨ ਨੂੰ ਹਿਲਾਏ ਬਿਨਾ ਇਹਨੂੰ ਛੋਟੀ ਕਰਨਾ ਹੈ। ਤਾਂ ਮੈਂ ਆਪਣੀ ਪਹਿਲੀ ਜਿਹੜੀ ਕਹਾਣੀ ਦੀ ਇੱਕ ਵੱਡੀ ਲਾਈਨ ਖਿੱਚੀ ਹੋਈ ਹੈ, ਉਹ ਅਗਲੀ ਕਹਾਣੀ ਲਿਖਣ ਤੋਂ ਬਾਅਦ ਮੈਂ ਖੁਦ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਮੇਰੀ ਜਿਹੜੀ ਅਗਲੀ ਕਹਾਣੀ ਹੈ ਉਹਦੇ ਨਾਲ ਵੱਡੀ ਲਾਈਨ ਹੋਈ ਹੈ ਕਿ ਨਹੀਂ ਹੋਈ। ਚਾਹੇ ਇਸ ਦਾ ਨਿਰਣਾ ਪਾਠਕ ਨੇ ਕਰਨੇ, ਆਲੋਚਕ ਨੂੰ ਮੈਨੂੰ ਲੱਗਦਾ ਪਾਠਕ ਤੋਂ ਵੱਡਾ ਕੋਈ ਆਲੋਚਕ ਨਹੀਂ ਹੁੰਦਾ। ਆਲੋਚਕ ਨੇ ਵਿਦਵਤਾ ਦੇ ਹਿਸਾਬ ਨਾਲ ਵੇਖਣਾ ਹੁੰਦਾ ਹੈ ਅਤੇ ਪਾਠਕ ਨੇ ਲਿਖਤ ਦੇ ਨਾਲ ਜੁੜ ਕੇ ਉਹਨੇ ਜੋ ਮਹਿਸੂਸ ਕੀਤਾ ਉਸ ਦੇ ਮੁਤਾਬਿਕ ਉਹਨੇ ਰਿਜ਼ਲਟ ਦੇਣਾ ਹੁੰਦਾ ਹੈ। ਮੇਰੇ ਪਾਤਰ ਕਿਤੋਂ ਬਾਹਰੋਂ ਨਹੀਂ ਆਉਂਦੇ, ਮੇਰੇ ਚੁਗਿਰਦੇ ਵਿੱਚੋਂ ਹੀ ਹੁੰਦੇ ਨੇ। ਮੈਂ ਲੇਖਕ ਕਿਵੇਂ ਬਣੀ? ਮੈਨੂੰ ਲੱਗਦਾ ਹੈ ਕਿ ਮੈਂ ਜਨਮਜਾਤ ਲੇਖਕ ਤਾਂ ਸੀ, ਪਰ ਇਸ ਦੀ ਸਮਝ ਮੈਨੂੰ ਜਾ ਕੇ, ਸਮਝ ਤਾਂ ਖੈਰ ਆਪਾਂ ਨੂੰ ਕਦੇ ਵੀ ਨਹੀਂ ਆਉਂਦੀ ਕਿਉਂਕਿ ਆਪਾਂ ਕਹਿੰਦੇ ਨਾ ਜਦੋਂ ਮਰਨ ਤੋਂ ਬਾਅਦ ਆਪਾਂ ਪੂਰੇ ਹੋ ਜਾਂਦੇ ਹਾਂ ਤਾਂ ਪੂਰੇ ਆਪਾਂ ਕਿਵੇਂ ਹੁੰਦੇ ਹਾਂ?
ਪੂਰੇ ਅਸੀਂ ਹੋ ਜਾਂਦੇ ਹਾਂ, ਪਰ ਸਾਡੇ ਕੰਮ ਪੂਰੇ ਨਹੀਂ ਹੁੰਦੇ। ਬਹੁਤ ਕੁਝ ਅਧੂਰਾ ਛੱਡ ਕੇ ਇੱਕ ਦਿਨ ਅਸੀਂ ਪੂਰੇ ਹੋ ਜਾਂਦੇ ਹਾਂ। ਲੇਕਿਨ ਉਹ ਸਾਡਾ ਅਧੂਰਾ, ਹੁਣ ਮੰਨ ਲਓ ਸ਼ਿਵ ਬਟਾਲਵੀ ਗਏ ਜਾਂ ਅੰਮ੍ਰਿਤਾ ਪ੍ਰੀਤਮ ਗਏ ਹਨ, ਜਾਂ ਇਵਨ ਪਾਸ਼ ਦੀਆਂ ਲਿਖਤਾਂ ਨੂੰ ਅਸੀਂ ਉਹਨਾਂ ਦੀ ਇੱਕ ਲਿਖੀ ਹੋਈ ਕਹਿੰਦੇ ਕਟਿੰਗ ਨੂੰ ਉਹਨਾਂ ਦਾ ਕੋਈ ਸ਼ਬਦ ਮਿਲਦਾ ਹੈ, ਅਸੀਂ ਉਹਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਾਸ਼ ਇੱਕ ਮੁਕੰਮਲ ਰਚਨਾ ਬਣ ਜਾਏ ਤੇ ਅਸੀਂ ਉਹਨੂੰ ਵੀ ਸੰਭਾਲ ਲਈਏ। ਤਾਂ ਉਹਨਾਂ ਵਰਗੇ ਹੋਣਾ ਬਹੁਤ ਦੂਰ ਦੀਆਂ ਗੱਲਾਂ ਨੇ, ਉਹ ਕਿਸੇ ਕਿਸੇ ਦੇ ਹਿੱਸੇ ਵਿੱਚ ਆਉਂਦਾ। ਤਾਂ ਅਸੀਂ ਆਪਣੇ ਆਪ ਨੂੰ ਹੀ ਲਿਖੇ ਹੋਏ ਨੂੰ ਸੰਭਾਲ ਨਹੀਂ ਪਾਣਾ। ਸੁਖਵੰਤ ਕੌਰ ਮਾਨ ਦਾ ਜਿਹੜਾ ਆਖਰੀ ਨਾਵਲ ਆਇਆ ਤਾਂ ਕਹਿੰਦੇ ਕਿ ਬਹੁਤ ਬਿਖਰਿਆ ਹੋਇਆ ਹੈ। ਉਹਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਉਹਨਾਂ ਨੂੰ ਇੱਕ ਕਾਹਲੀ ਸੀ, ਕਿਉਂਕਿ ਕੈਂਸਰ ਪੇਸ਼ੈਂਟ ਹੋ ਚੁੱਕੇ ਸੀ, ਪਤਾ ਸੀ ਕਿ ਹੁਣ ਮੌਤ ਨੇ ਆਣਾ ਹੀ ਆਣਾ ਹੈ, ਪਰ ਮਰਨ ਤੋਂ ਪਹਿਲੇ ਉਹ ਆਪਣੀ ਰਚਨਾ ਨੂੰ ਪੂਰਾ ਕਰਕੇ ਜਾਣਾ ਚਾਹੁੰਦੇ ਸੀ। ਆਪ ਲਿਖ ਨਹੀਂ ਪਾ ਰਹੇ ਸੀ, ਆਪ ਬੋਲਦੇ ਸੀ ਤੇ ਦੂਸਰਾ ਜਣਾ ਲਿਖਦਾ ਸੀ। ਜੋ ਲੇਖਕ ਆਪਣੇ ਭਾਵ ਨੂੰ ਆਪ ਲਿਖ ਕੇ ਬਾਅਦ ਵਿੱਚ ਉਹਨੂੰ ਐਡਿਟ ਕਰਕੇ, ਕਿੰਨੀ ਵਾਰੀ ਅਸੀਂ ਲਿਖਦੇ ਹਾਂ, ਕਿੰਨੀ ਵਾਰੀ ਅਸੀਂ ਕੱਟਦੇ ਹਾਂ, ਇੱਕੋ ਵਾਰੀ ਲਿਖ ਕੇ ਰਚਨਾ ਕੋਈ ਵੀ ਪੂਰੀ ਨਹੀਂ ਹੋ ਸਕਦੀ, ਕਿਉਂਕਿ ਜਿੰਨੀ ਵਾਰੀ ਤੁਸੀਂ ਲਿਖੋਗੇ ਦੁਬਾਰਾ ਉਹਨੂੰ ਪੜ੍ਹੋਗੇ, ਕੋਈ ਨਾ ਕੋਈ ਤੁਹਾਨੂੰ ਉਹਦੇ ਵਿੱਚੋਂ ਪੂਰਨਤਾ ਹੀ ਮਿਲੇਗੀ। ਉਹ ਦੁਬਾਰਾ ਆਪਣਾ ਆਕਾਰ ਰਚਨਾ ਲਏਗੀ ਹੀ ਲਏਗੀ। ਥੋੜ੍ਹੇ ਦਿਨ ਪਹਿਲੇ ਹੀ ਹੁਣ ਤੁਸੀਂ ਗੱਲ ਕੀਤੀ ਸਰ ਕਿ ਮੈਂ ਇੱਕ ਵੱਡੇ ਲੇਖਕ ਦੀ ਕਹਾਣੀ ਪੜ੍ਹੀ, ਮੇਰੇ ਪੈਰਾਂ ਥੱਲੋਂ ਮਿੱਟੀ ਜਿਹੜੀ ਸੀ ਉਹ ਹਿੱਲ ਗਈ। ਮੇਰੇ ਨਾਲ ਵੀ ਐਵੇਂ ਹੋਇਆ, ਸ਼ਾਇਦ ਮੈਂ ਵੀ ਉਸੇ ਲੇਖਕ ਦੀ ਕਹਾਣੀ ਪੜ੍ਹੀ ਹੋਵੇ, ਕਿਉਂਕਿ ਉਹਨੇ ਵਿਦਵਤਾ ਵੀ ਬੜੀ ਲਈ ਉਸ ਕਹਾਣੀ ਦੇ ਵਿੱਚ। ਪਰ ਹੁਣ ਮੈਂ ਜੇ ਇੱਕ ਵੀ ਸ਼ਬਦ ਬੋਲ ਦਿੱਤਾ ਤੇ ਕਹਾਣੀ ਤੇ ਕਹਾਣੀਕਾਰ ਨੇ ਸਪਸ਼ਟ ਹੋ ਜਾਣਾ ਹੈ। ਪਰ ਉਹਨੇ ਜਿਸ ਵਿਦਵਾਨ ਨੂੰ ਲੈ ਕੇ ਉਸ ਕਹਾਣੀ ਦਾ ਬ੍ਰਿਤਾਂਤ ਸਿਰਜਿਆ, ਉਹ ਉਹਦੀ ਨਾ ਤਾਂ ਮੂਲ ਨੂੰ ਪਕੜ ਸਕਿਆ, ਨਾ ਉਹਦੀ ਕੰਧ ਨੂੰ ਪਕੜ ਸਕਿਆ, ਤੇ ਨਾ ਹੀ ਉਹਦੀ ਕਿਸੇ ਵੀ ਚੀਜ਼ ਨੂੰ ਨਹੀਂ ਪਕੜ ਸਕਿਆ। ਤੇ ਕਹਾਣੀ ਜਿਹੜੀ ਸੀ ਉਹ ਇੰਨੀ ਬੁਰੀ ਤਰ੍ਹਾਂ ਖਿੰਡੀ ਕਿ ਉਹ ਕਹਾਣੀ ਦਾ ਖਲਾਰਾ ਜਿਹਾ ਸਾਂਭਿਆ ਨਹੀਂ ਗਿਆ। ਤੇ ਮੈਂ ਵੀ ਇੱਕ ਕਹਾਣੀ 2015 ਵਿੱਚ ਪਹਿਲੇ ਲਿਖੀ ਸੀ। ਤਾਂ ਮੇਰੇ ਇੱਕ ਹਰਮਿੰਦਰ ਕਾਲੜਾ ਜੀ, ਉਹਨਾਂ ਨੂੰ ਮੈਂ ਹਮੇਸ਼ਾ ਪ੍ਰੂਫ ਰੀਡਿੰਗ ਲਈ ਕਹਾਣੀ ਭੇਜਦੀ ਹੁੰਦੀ ਹਾਂ। ਲਿਖਣ ਤੋਂ ਬਾਅਦ ਮੈਂ ਉਹਨਾਂ ਨੂੰ ਕਹਾਣੀ 2015 ਵਿੱਚ ਜਦੋਂ ਭੇਜੀ, ਉਹ ਮੈਨੂੰ ਕਹਿੰਦੇ ਦੀਪਤੀ ਜੀ, ਇਹ ਨਾ ਤੁਹਾਡੀ ਕਹਾਣੀ ਦਾ ਪਲਾਟ ਤਾਂ ਹੈਗਾ ਬੜਾ ਜ਼ਬਰਦਸਤ, ਕੈਨਵਸ ਵੱਡਾ ਹੈ, ਪਰ ਜੇ ਮੇਰੀ ਮੰਨੋ ਨਾ ਇਸ ਕਹਾਣੀ ਨੂੰ ਅਜੇ ਨਾ ਛਪਵਾ, ਇਹਨੂੰ ਰੱਖ ਦਿਓ। 2015 ਵਿੱਚ ਉਹ ਕਹਾਣੀ ਮੈਂ ਰੱਖ ਦਿੱਤੀ। ਮੇਰਾ ਕਹਾਣੀ ਸੰਗ੍ਰਹਿ 2016 ਵਿੱਚ ਆ ਗਿਆ, ਤੀਜੇ ਪਿੰਡ ਦੇ ਲੋਕ। ਉਦੋਂ ਤੁਸੀਂ ਮੰਨੋਗੇ ਨਹੀਂ, ਮੈਂ 1 ਸਾਲ ਦੇ ਵਿੱਚ 34 ਕਹਾਣੀਆਂ ਲਿਖੀਆਂ ਸੀ। ਮੈਂ ਆਪ ਹੀ ਹੈਰਾਨ ਸੀ ਕਿ ਮੈਂ ਇੰਨੀਆਂ ਕਹਾਣੀਆਂ ਲਿਖ ਦਿੱਤੀਆਂ, 34 ਕਹਾਣੀਆਂ, ਔਰ ਹਰ ਹਫਤੇ ਅਖਬਾਰ ਦੇ ਵਿੱਚ ਮੇਰਾ ਆਰਟੀਕਲ ਵੀ ਛਪਦਾ ਹੁੰਦਾ ਸੀ। ਮੈਂ 2015-16 ਵਿੱਚ ਬੇਤਹਾਸ਼ਾ ਹੀ ਲਿਖਿਆ, ਮੈਨੂੰ ਆਪ ਨਹੀਂ ਸਮਝ ਕੇ ਕਿਵੇਂ ਲਿਖਿਆ ਗਿਆ, ਪਰ ਸ਼ਾਇਦ ਉਹ ਮੇਰਾ ਬੇਸ ਬਣ ਰਿਹਾ ਸੀ। ਮੈਂ ਉਹਨੂੰ ਇਹ ਨਹੀਂ ਕਹਾਂਗੀ ਕਿ ਉਹ ਮੇਰਾ ਸਿਖਰ ਸੀ, ਉਹ ਮੇਰਾ ਬੇਸ ਬਣ ਰਿਹਾ ਸੀ। ਉਹ ਮੈਂ ਕਹਾਣੀ ਨੂੰ ਮੈਂ ਜਦੋਂ 2016 ਦੇ ਵਿੱਚ ਤੀਜੇ ਪਿੰਡ ਦੇ ਲੋਕ ਛਪ ਗਈ ਕਹਾਣੀ ਸੰਗ੍ਰਹਿ, ਉਹ ਕਹਾਣੀਆਂ ਵਿੱਚੋਂ ਮੈਂ ਛਾਂਟ ਲਈਆਂ। ਉਹਦੇ 'ਚੋਂ ਮੈਂ 24 ਕਹਾਣੀਆਂ ਛਪਵਾ ਦਿੱਤੀਆਂ, 10 ਕਹਾਣੀਆਂ ਰੱਖ ਲਈਆਂ। ਉਹਨਾਂ ਵਿੱਚੋਂ ਵੀ ਹੁਣ ਮੈਨੂੰ ਲੱਗਿਆ ਕਿ ਜਦੋਂ ਮੇਰੀ ਉਸ ਤੋਂ ਬਾਅਦ ਪਿੱਛਾ ਰਹਿ ਗਿਆ, ਦੂਰ ਆਈ ਕਿਤਾਬ, ਤਾਂ ਉਦੋਂ ਤੱਕ ਮੈਨੂੰ ਲੱਗਿਆ ਕਿ ਮੈਂ ਹਜੇ ਉਸ ਅਪਰੋਚ ਤੱਕ ਨਹੀਂ ਮੇਰੀ ਪਹੁੰਚ ਹੋਈ ਜਿੱਥੋਂ ਤੱਕ ਕਹਾਣੀ ਨੂੰ ਜਾਣਾ ਚਾਹੀਦਾ। ਮੈਂ ਉਹਨੂੰ ਫਿਰ ਰੱਖ ਦਿੱਤਾ। ਹੁਣ ਫਿਰ ਮਨ 'ਚ ਆਇਆ ਕਿ ਹਾਂ, ਉਹ ਕਹਾਣੀ ਦੇ ਜਿਹੜੇ ਪਾਤਰ ਨੇ ਨਾ, ਦੇਖੋ ਜਿਹੜੇ ਪਾਤਰ ਨੇ ਨਾ, ਪਹਿਲਾਂ ਤਾਂ ਮੇਰੀ ਨਜ਼ਰ ਪਾਤਰ 'ਤੇ ਜਾਂਦੀ ਹੈ, ਉਸ ਤੋਂ ਬਾਅਦ ਉਹ ਪਾਤਰ ਮੈਨੂੰ ਕੀਲਣ ਲੱਗਦੇ ਹੈ, ਫਿਰ ਮੈਂ ਉਹਨਾਂ ਦੇ ਵਸ਼ੀਕਰਨ 'ਚ ਆ ਜਾਂਦੀ ਹਾਂ। ਜਦੋਂ ਤੱਕ ਅਸੀਂ ਪਾਤਰ ਦੀ ਨਜ਼ਰ, ਪਾਤਰ ਨੂੰ ਨਜ਼ਰਾਂ ਵਿੱਚ ਲੈ ਕੇ ਉਹਦੇ ਵਸ਼ੀਕਰਨ ਵਿੱਚ ਨਹੀਂ ਪਹੁੰਚਦੇ, ਅਸੀਂ ਚੰਗੀ ਪਾਤਰ ਉਸਾਰੀ ਨਹੀਂ ਕਰ ਸਕਦੇ। ਤੇ ਪਾਤਰ ਉਸਾਰੀ ਹੀ ਬ੍ਰਿਤਾਂਤ ਦੀ ਜਾਨ ਹੁੰਦਾ ਹੈ। ਜੇ ਅਸੀਂ ਪਾਤਰ ਚਿੱਤਰਨ ਪ੍ਰੋਪਰ ਨਹੀਂ ਕੀਤਾ, ਪਾਤਰ ਚਿੱਤਰਨ ਦੇ ਵਿੱਚ ਹੀ ਭਾਸ਼ਾ ਆ ਜਾਂਦੀ ਹੈ, ਉਹਦੇ ਵਿੱਚ ਹੀ ਕਹਾਣੀ ਰਸ ਆ ਜਾਂਦਾ ਹੈ। ਕਿਉਂਕਿ ਇੱਕ ਪਾਤਰ ਨੂੰ ਜਦੋਂ ਅਸੀਂ ਪ੍ਰੋਪਰ, ਹੁਣ ਜਦੋਂ ਨਿੰਦਰ ਘੁਗਿਆਣਵੀਂ ਸਰ ਬੋਲ ਰਹੇ ਸੀ, ਉਹ ਕਦੀ ਕਜ਼ਾਕ ਬਣ ਜਾਂਦੇ ਸੀ, ਕਦੀ ਉਹ ਜੱਜ ਬਣ ਜਾਂਦੇ ਸੀ, ਕਦੀ ਉਹ ਵਰਦਲੀ ਬਣ ਜਾਂਦੇ ਸੀ। ਤਾਂ ਸਾਰਾ ਕੁਝ ਕੀ ਸੀ? ਉਹ ਕਰੈਕਟਰ ਬਿਲਡਅਪ ਸੀ। ਉਹ ਇੱਕ ਪਾਤਰ ਦੀ ਉਸਾਰੀ ਕਰ ਰਹੇ ਸੀ, ਉਹ ਸਾਰਾ ਉਹਨਾਂ ਨੇ ਪਾਤਰ ਉਸਾਰੇ। ਤੇ ਜੇ ਉਹਨੂੰ ਆਪਾਂ ਹੁਣ ਜਦੋਂ ਇਹਨਾਂ ਦੀ ਰਿਕਾਰਡਿੰਗ ਨੂੰ ਸਾਰੀ ਨੂੰ ਬਾਅਦ 'ਚੋਂ ਦੇਖਾਂਗੇ, ਤਾਂ ਆਪਣੇ ਆਪ 'ਚ ਮੁਕੰਮਲ ਇੱਕ ਆਰਟੀਕਲ ਹੈ, ਮੁਕੰਮਲ ਇੱਕ ਕਹਾਣੀ ਹੈ, ਮੁਕੰਮਲ ਪਾਰਟ ਆਫ ਪ੍ਰੋਜ਼ ਹੈ, ਉਹਨੂੰ ਕੁਝ ਵੀ ਤੁਸੀਂ ਕਹਿ ਲਓ। ਐਵੇਂ ਹੀ ਪਾਤਰ, ਮੈਂ ਹੁਣ ਆਪਾਂ ਸਾਰੇ ਬੈਠੇ ਹਾਂ, ਹਰ ਇਨਸਾਨ ਦੇ ਅੰਦਰ ਹਜ਼ਾਰਾਂ ਕਹਾਣੀਆਂ ਚੱਲਦੀਆਂ ਨੇ। ਆਪਾਂ ਕਹਿੰਦੇ ਸੁਖਜੀਤ ਨੇ ਕਹਾਣੀ ਲਿਖੀ 1000 ਕਹਾਣੀਆਂ ਦਾ ਬਾਪ, ਹੈ ਨਾ? ਅਸੀਂ ਸਾਰੇ ਹੀ 1000 ਕਹਾਣੀਆਂ ਦੇ ਮਾਂ-ਬਾਪ ਹਾਂ। ਸਾਡੇ ਅੰਦਰ ਪਤਾ ਨਹੀਂ ਕਿੰਨੀਆਂ ਕਹਾਣੀਆਂ, ਕਿੰਨੇ ਪਾਤਰ, ਕਿੰਨਾ ਕੁਝ ਉਸਲ ਵੱਟੇ ਲੈ ਰਿਹਾ। ਅਸੀਂ ਜੋ ਦਿਖਦੇ ਹਾਂ ਅਸੀਂ ਉਹ ਹੈ ਹੀ ਨਹੀਂ। ਤਾਂ ਆਪਾਂ ਗੱਲ ਕਰਦੇ ਹਾਂ ਤੇਰੇ ਬਗੈਰ ਦੀ। ਆਮ ਤੌਰ 'ਤੇ ਅਸੀਂ ਦੇਖੋ, ਹਿੰਦੁਸਤਾਨੀ ਜਿਹੜੀ ਨਾਰੀ ਹੈ, ਪਤੀਵ੍ਰਤਾ ਇਸਤਰੀ ਹੈ, ਹਮੇਸ਼ਾ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ,
ਉਹਦੀ ਹਮੇਸ਼ਾ ਇੱਛਾ ਵੀ ਹੁੰਦੀ ਹੈ ਕਿ ਜੇ ਦਮ ਨਿਕਲੇ ਤਾਂ ਤੇਰੀ ਬਾਹੋਂ ਮੇਂ ਦਮ ਨਿਕਲੇ, ਹਸਰਤ ਇਹ ਹਮਾਰੀ ਹੈ। ਹਰ ਔਰਤ ਦੀ ਹੁੰਦੀ ਕਿ ਮੈਂ ਸੁਹਾਗਣ ਹੀ ਜਾਵਾਂ, ਪਰ ਉਹਦੀ ਜਿਹੜੀ ਪਾਤਰ ਹੈ ਨਾ, ਉਹ ਪਾਤਰ ਕੁਝ ਹੋਰ ਹੀ ਸੋਚਦੀ ਹੈ। ਗੁਰਦੁਆਰਾ ਸਾਹਿਬ ਵਿੱਚ ਬੈਠੀ ਹੈ, ਪਾਠ ਚੱਲ ਰਿਹਾ, ਅੱਖਾਂ ਬੰਦ ਨੇ ਉਹਦੀਆਂ, ਆਵਾਜ਼ ਆਉਂਦੀ ਹੈ, ਹੇ ਪ੍ਰਮਾਤਮਾ ਇਹਨੂੰ ਚੁੱਕ ਲੈ। ਉਹ ਕਹਿੰਦੀ ਹੈ ਵੀ ਅਸੀਂ ਗੁਰਦੁਆਰੇ ਵਿੱਚ ਬੈਠ ਕੇ ਸਾਰੇ ਲੰਬੀਆਂ ਉਮਰਾਂ ਦੀ ਦੁਆਵਾਂ ਮੰਗਦੇ ਨੇ, ਇਹ ਕੌਣ ਹੈ ਵੀ ਜਿਹੜਾ ਇੱਥੇ ਮੌਤ ਮੰਗ ਰਿਹਾ, ਉਹ ਵੀ ਆਪਣੀ ਨਹੀਂ ਕਿਸੇ ਹੋਰ ਦੀ। ਇੱਧਰ ਉੱਧਰ ਦੇਖਦੀ ਹੈ, ਸੰਗਤਾਂ ਤਾਂ ਮਗਨ ਨੇ ਪਾਠ ਕਰਨ ਸੁਣਨ ਵਿੱਚ, ਕੀਰਤਨ ਚੱਲ ਰਿਹਾ। ਉਹ ਫਿਰ ਅੱਖਾਂ ਬੰਦ ਕਰ ਲੈਂਦੀ ਹੈ, ਫਿਰ ਆਵਾਜ਼ ਆਉਂਦੀ ਹੈ, ਹੇ ਪ੍ਰਮਾਤਮਾ ਮੇਰੇ ਨਾਲ ਜ਼ਿਆਦਾ ਨਹੀਂ, ਤੂੰ ਕੋਈ 5-6 ਸਾਲ ਵੱਡਾ ਹੈ, ਤੂੰ 5-6 ਸਾਲ ਨਹੀਂ, ਤੂੰ ਕੋਈ ਸਾਲ ਕੋ ਪਹਿਲੇ ਇਹਨੂੰ ਚੁੱਕ ਲੈ, ਮੈਂ ਸਾਲ ਕੋ ਤਾਂ ਜੀ ਕੇ ਵੇਖ ਲਵਾਂ। ਉਹ ਫਿਰ ਕਹਿੰਦੀ ਹੈ ਵੀ ਇਹ ਤਾਂ ਕੋਈ ਮੌਤ ਮੰਗ ਰਿਹਾ ਕਿਸੇ ਦੀ, ਵੀ ਕਿਹਦੀ ਮੰਗ ਰਿਹਾ। ਉਹ ਫਿਰ ਅੱਖਾਂ ਖੋਲ੍ਹਦੀ ਹੈ, ਆਸੇ ਪਾਸੇ ਫਿਰ ਸੰਗਤਾਂ ਮਗਨ ਨੇ, ਫਿਰ ਅੱਖਾਂ ਬੰਦ ਕਰਦੀ, ਕਹਿੰਦੀ ਹੁਣ ਮੈਂ ਆਪਦਾ ਪਾਠ ਵੱਲ ਧਿਆਨ ਲਗਾਉਂਦੀ ਹਾਂ। ਪਾਠ ਵੱਲ ਧਿਆਨ ਲਗਾਉਂਦੀ ਹੈ ਅਤੇ ਖਿਆਲ ਫਿਰ ਉਹੀ ਵੀ ਵਾਹ ਤਖਤਪੋਸ਼ ਵਿਛਿਆ ਹੋਇਆ ਹੈ, ਬੜੇ ਸੋਹਣੇ ਕੱਪੜੇ ਪਾਏ ਹੋਏ ਹੈ, ਦੀਵਾਰ 'ਤੇ ਤਸਵੀਰ ਜਿਹੜੀ ਹੈ ਉਹ ਲਟਕੀ ਹੋਈ ਹੈ, ਤਸਵੀਰ ਦੇ ਉੱਪਰ ਫੁੱਲਾਂ ਦਾ ਹਾਰ ਪਾਇਆ ਹੋਇਆ ਹੈ, ਅਤੇ ਮੈਂ ਤਾਂ ਬੜੀ ਜੋ ਚਾਹੁੰਦੀ ਸੀ ਉਹ ਮਿਲ ਗਿਆ ਅਤੇ ਬਣ ਗਿਆ। ਤਸਵੀਰ ਨੂੰ ਪਹਿਚਾਨਣ ਲੱਗਦੀ ਹੈ, ਇਹ ਤਾਂ ਮੇਰੇ ਘਰ ਵਾਲੇ ਦੀ ਹੈ। ਅੱਖਾਂ ਖੋਲ੍ਹਦੀ ਹੈ, ਪਤਾ ਲੱਗਦਾ ਹੈ ਵੀ ਇਹ ਤਾਂ ਕੋਈ ਹੋਰ ਨਹੀਂ ਕਿਸੇ ਦੀ ਮੌਤ ਮੰਗ ਰਿਹਾ, ਇਹ ਤਾਂ ਮੈਂ ਹੀ ਆਪਣੇ ਪਤੀ ਦੀ ਮੌਤ ਮੰਗ ਰਹੀ ਹਾਂ। ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਹੁਣ ਅੱਗੇ ਬਿਰਤਾਂਤ ਸਿਰਜਿਆ ਜਾਂਦਾ ਹੈ ਵੀ ਉਹ ਮੌਤ ਕਿਉਂ ਮੰਗ ਰਹੀ ਹੈ। ਪਤੀ ਟਿਪੀਕਲ ਉਹੋ ਜਿਹਾ ਪਤੀ ਜਿਵੇਂ ਆਮ ਹੁੰਦੇ ਨੇ, ਸ਼ੱਕੀ ਵੀ ਹੈ, ਉਹਦੇ ਤੈਨੂੰ ਜੀਣ ਵੀ ਨਹੀਂ ਦੇਣਾ ਅਤੇ ਤੈਨੂੰ ਮਰਨ ਵੀ ਨਹੀਂ ਦੇਣਾ। ਉਹ ਘਰ ਛੱਡ ਕੇ ਚਲੀ ਜਾਂਦੀ ਹੈ, ਉਹਨੂੰ ਵਾਪਸ ਲੈ ਆਉਂਦਾ ਹੈ, ਮਰਜ਼ੀ ਵੀ ਆਪਣੀ ਚਲਾਉਣੀ ਹੈ, ਅਤੇ ਜੇ ਉਹਨੂੰ ਕੁੱਟਣਾ ਵੀ ਹੈ, ਮਾਰਨਾ ਵੀ ਹੈ, ਪਰ ਜੇ ਉਹਦੀ ਸੱਸ ਜਾਂ ਜਠਾਣੀ ਕੁਝ ਕਹਿ ਦਿੰਦੀ ਹੈ ਤਾਂ ਉਹਨਾਂ ਨਾਲ ਲੜ ਪੈਣਾ ਅਤੇ ਘਰ ਵੀ ਉਹਨਾਂ ਤੋਂ ਅਲੱਗ ਵੀ ਹੋ ਜਾਣਾ। ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਪਤੀ ਨੂੰ ਚੰਗੇ ਦੇ ਕੈਟਾਗਰੀ 'ਚ ਰੱਖਾਂ ਕਿ ਇਹਨੂੰ ਮਾੜੇ ਦੀ ਕੈਟਾਗਰੀ ਵਿੱਚ ਰੱਖਾਂ। ਬੜੀ ਉਹ ਪਰੇਸ਼ਾਨ ਹੈ। ਪਰ ਜਦੋਂ ਉਹ ਜਾਂਦਾ ਹੈ, ਜ਼ਮੀਨ ਜਾਇਦਾਦ ਵਾਲਾ ਜ਼ਿਮੀਂਦਾਰ ਬੰਦਾ ਹੈ, ਉਹ ਖੇਤਾਂ ਵਿੱਚ ਗਿਆ ਹੈ, ਉਹ ਕਹਿੰਦਾ ਮੈਂ ਪਾਣੀ ਲਾ ਕੇ ਆਇਆ, ਉਹਨੂੰ ਖਿਆਲ ਆਉਂਦਾ ਵੀ ਅੱਜ ਤੈਨੂੰ ਨਾ ਮੋਟਰ ਤੋਂ ਕਰੰਟ ਲੱਗ ਜਾਏਗਾ, ਅਤੇ ਹੁਣ ਇਸਨੇ ਆਇਆ ਬੋਲੋ ਰਾਮ ਹੋ ਗਈ, ਅਤੇ ਬਸ ਉਸ ਤੋਂ ਬਾਅਦ ਮੈਂ ਕੀ ਕਰਾਂਗੀ, ਜ਼ਮੀਨ ਆਪਾਂ ਤਾਂ ਆਵਾਈ ਨਹੀਂ ਕਰਨੀ, ਠੇਕੇ 'ਤੇ ਚੜਾਵਾਂਗੇ, ਚੰਗੇ ਪੈਸੇ ਆਉਣਗੇ, ਬਾਗ ਲਗਾ ਲਾਂਗੇ, ਪੈਸਾ ਆਏਗਾ, ਮੈਂ ਬੱਚਿਆਂ ਨੂੰ ਇੱਥੇ ਪੜ੍ਹਾਵਾਂਗੀ, ਆਹ ਕਰਾਂਗੀ ਉਹ ਕਰਾਂਗੀ। ਬੰਦਾ ਫਿਰ ਚੰਗਾ ਭਲਾ ਘਰ ਆ ਜਾਂਦਾ। ਫਿਰ ਉਹਨੂੰ ਖਿਆਲ ਆਉਂਦਾ ਵੀ ਅੱਜ ਨਹੀਂ ਮੁੜਦਾ ਵਾਪਸ, ਪੱਕਾ ਇਹਨੂੰ ਨਾ ਪਾਣੀ ਲੱਗ ਗਿਆ ਹੋਇਆ, ਜ਼ਮੀਨ ਨੂੰ ਗੇੜਾ ਮਾਰਨ ਗਿਆ, ਉੱਥੇ ਉਹਨੂੰ ਪਾਣੀ ਵਾਲਾ ਨਾਗ ਲੜੇਗਾ। ਬਸ ਉਹ ਲੜਿਆ ਨਹੀਂ ਅਤੇ ਉੱਥੇ ਮਰਿਆ ਨਹੀਂ। ਉਹ ਬੰਦਾ ਫਿਰ ਘਰ ਵਾਪਸ ਆ ਜਾਂਦਾ। ਕਰਦੇ ਕਰਾਂਦੇ ਲੰਬੀ ਕਹਾਣੀ ਚੱਲਦੀ ਹੈ। ਉਹ ਬੰਦੇ ਦੀ ਮੌਤ ਉਡੀਕਦੇ ਜਨਾਨੀ ਦੀ ਜਿਹੜੀ ਕਿਡਨੀ ਫੇਲ ਹੋ ਜਾਂਦੀ ਹੈ। ਬੱਚੇ ਲਈ ਬੜੇ ਸੈਕਰੀਫਾਈਸ ਕਰਦੀ, ਸਭ ਕੁਝ ਕਰਦੀ ਹੈ, ਬੱਚੇ ਚੰਗੇ ਉਹਦੇ 'ਤੇ ਪਹੁੰਚ ਜਾਂਦੇ ਹੈ। ਤਾਂ ਗੱਲ ਆਉਂਦੀ ਹੈ ਵੀ ਮਾਂ ਨੂੰ ਕਿਡਨੀ ਕੌਣ ਦੇਵੇਗਾ। ਬੱਚੇ ਕਹਿੰਦੇ ਨੇ ਵੀ ਇੱਕ ਜਣਾ ਕਹਿੰਦਾ ਵੀ ਮੇਰਾ ਤਾਂ ਹੁਣੇ ਵਿਆਹ ਹੋਇਆ ਹੈ, ਵਾਈਫ ਮੇਰੀ ਕੈਨੇਡਾ ਹੈ, ਮੈਂ ਵੀ ਉਹਦੇ ਕੋਲ ਬਾਹਰ ਜਾਣਾ ਹੈ। ਦੂਜਾ ਕਹਿੰਦਾ ਮੇਰੇ ਬੱਚੇ ਅਜੇ ਛੋਟੇ ਨੇ, ਮੈਂ ਬੱਚਿਆਂ ਨੂੰ ਵੇਖਾਂਗਾ, ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚਿਆਂ ਨੂੰ ਕੌਣ ਵੇਖੇਗਾ। ਵੀ ਜੋ ਆਪਣੇ ਕੋਲ ਇੰਨਾ ਪੈਸਾ ਹੈ, ਅਗਲਾ ਇਹ ਮੁੱਕਦਾ ਨਹੀਂ, ਕਿਡਨੀ ਦਾ ਕੀ, ਪੈਸੇ ਦਿਓ ਅਤੇ ਕਿਡਨੀ ਲੈ ਲਓ। ਬੰਦਾ ਕਹਿੰਦਾ ਛੱਡੋ ਪਰੇ, ਤੈਨੂੰ ਮੈਂ ਐਵੇਂ ਤਾਂ ਨਹੀਂ ਮਰਨ ਦਿੰਦਾ, ਚੱਲ ਤੂੰ ਮੇਰੇ ਨਾਲ। ਉਹਨੂੰ ਲੈ ਜਾਂਦਾ, ਬੱਚਿਆਂ ਨੂੰ ਕਹਿੰਦਾ ਗਾਲਾਂ ਗੂਲਾਂ ਕੱਢ ਕੇ ਛੱਡਦਾ, ਉੱਥੋਂ ਵਾਈਫ ਨੂੰ ਨਾਲ ਲੈ ਕੇ ਹੌਸਪੀਟਲ ਚਲਾ ਜਾਂਦਾ। ਬੜੀ ਉਹਦੀ ਕੇਅਰ ਕਰ ਰਿਹਾ। ਉਹ ਕਹਿੰਦੀ ਮੇਰਾ ਖਹਿੜਾ ਨਹੀਂ ਛੱਡਦਾ ਪਿਆ, ਵੀ ਤੂੰ ਮੈਨੂੰ ਮਰਨ ਤਾਂ ਦੇ ਹੋਣਾ ਤੇ ਤਰੀਕੇ ਨਾਲ, ਜਿਨ੍ਹਾਂ ਤੋਂ ਤੂੰ ਮੇਰਾ ਹਰਾਮ ਕੀਤਾ ਹੀ ਹੋਇਆ। ਚਲਾ ਜਾਂਦਾ। ਉਨੀ ਦੇਰ ਨੂੰ ਉਹਦੇ ਕਿਡਨੀ ਟ੍ਰਾਂਸਫਰ, ਉਹਨੂੰ ਨਰਸ ਆ ਕੇ ਕਹਿੰਦੀ ਹੈ ਵੀ ਤੁਹਾਨੂੰ ਅਸੀਂ ਆਪਰੇਸ਼ਨ ਥੀਏਟਰ ਲੈ ਚੱਲੇ ਹਾਂ, ਕਿਡਨੀ ਡੋਨਰ ਮਿਲ ਗਿਆ। ਆਪਰੇਸ਼ਨ, ਉਹ ਕਹਿੰਦੀ ਹੁਣ ਅਜੇ ਤੱਕ ਆਇਆ ਨਹੀਂ, ਸ਼ੁਕਰ ਹੈ ਮੇਰੇ ਮਰਨ ਤੋਂ ਪਹਿਲਾਂ ਇਹਨਾਂ ਦੀ ਸ਼ਕਲ ਮੈਂ ਨਾ ਹੀ ਵੇਖਾ ਤਾਂ ਚੰਗਾ ਹੈ। ਆਪਰੇਸ਼ਨ ਹੋ ਜਾਂਦਾ। ਜਦੋਂ ਉਹਨੂੰ ਹੋਸ਼ ਆਉਂਦੀ ਹੈ, ਰੂਮ 'ਚ ਪਈ ਹੁੰਦੀ ਹੈ, ਅਤੇ ਵੇਖਦੀ ਬੈੱਡ ਦੇ ਉੱਪਰ ਜਿੱਥੇ ਪਈ, ਅੱਖਾਂ ਖੋਲ੍ਹਦੀ, ਨਾਲ ਦੇ ਬੈੱਡ ਦੇ ਪਤੀ ਦੇਵ ਪਏ ਹੋਏ ਨੇ। ਉਹ ਕਹਿੰਦੀ ਹੁਣ ਤੂੰ ਇੱਥੇ ਕਿਵੇਂ ਪਿਆ ਹੋਇਆ। ਉਹ ਕਹਿੰਦਾ ਮੈਂ ਤੈਨੂੰ ਐਵੇਂ ਤਾਂ ਨਹੀਂ ਮਰਨ ਦਿੰਦਾ, ਜੇ ਤੂੰ ਮਰ ਗਈ ਤੇ ਮੈਂ ਲੜਾਂਗਾ ਕਿਹਦੇ ਨਾਲ। ਉਹ ਕਹਿੰਦੀ ਮੈਨੂੰ ਮਤਲਬ ਤੂੰ ਕਹਿੰਦਾ ਇੱਕ ਕਿਡਨੀ ਪਿੱਛੇ ਨਹੀਂ ਤੈਨੂੰ ਮੈਂ ਜਾਣ ਦਿੰਦਾ ਸੀ। ਉਹ ਕਹਿੰਦਾ ਜੇ ਪਿੱਤੇ 'ਚ ਪੱਥਰੀ ਪੈ ਜਾਵੇ ਆਪਾਂ ਉਹ ਕਢਾ ਦਿੰਦੇ ਹਾਂ, ਉਹਦੇ ਬਿਨਾਂ ਜੀਆ ਜਾ ਸਕਦਾ ਹੈ, ਅਤੇ ਜੇ ਮੈਂ ਤੈਨੂੰ ਇੱਕ ਕਿਡਨੀ ਦੇ ਕੇ ਹੁਣ ਤਾਂ ਤੂੰ ਮੇਰੇ ਤੋਂ ਅਸਲੋਂ ਬਾਹਰ ਨਹੀਂ ਜਾ ਸਕਦੀ, ਮੇਰੀ ਕਿਡਨੀ ਨਾਲ ਤਾਂ ਤੂੰ ਤੁਰਨਾ। ਅਤੇ ਉੱਥੇ ਜਿਹੜੇ ਉਹ ਕਹਿੰਦੀ ਉਹਨੂੰ ਫਿਰ ਨਰਸ ਆਉਂਦੀ ਹੈ। ਉਹ ਕਹਿੰਦੀ ਆਂਟੀ ਕਾਸ਼ ਤੁਹਾਡੇ ਪਤੀ ਵਰਗਾ ਵੀ ਮੇਰਾ ਵੀ ਪਤੀ ਹੋਏ, ਵੀ ਕਿੰਨਾ ਚੰਗਾ ਹੈ। ਉਹ ਕਹਿੰਦੀ ਨਾ ਨਹੀਂ ਧੀਏ। ਉੱਥੇ ਉਹਨੂੰ ਦੁਬਾਰਾ ਫਿਰ ਬੇਹੋਸ਼ੀ ਵਿੱਚ ਆਉਣਾ ਸ਼ੁਰੂ ਹੋ ਗਈ ਹੈ। ਘੜੀ ਦੀ ਸੂਈਆਂ ਦੀ ਟਿਕ ਟਿਕ ਚੱਲ ਰਹੀ ਹੈ, ਅਤੇ ਹੁਣ ਉਹ ਬੰਦਾ ਜਿੰਦਾ ਹੈ ਜਾਂ ਮਰਿਆ ਜਾਂ ਕਿੱਥੇ ਹੈ, ਕਹਾਣੀ ਦਾ ਦੀ ਐਂਡ ਹੋ ਜਾਂਦਾ। ਦਿਸ ਇਜ਼ ਦਾ ਸਟੋਰੀ। ਤਾਂ ਇੱਕ ਕਹਾਣੀ ਮੇਰੀ ਕਾਲੀ ਸਰ ਨੇ ਛਾਪੀ ਸੀ,
ਸਰਦਲ, ਉਹਦਾ ਮੈਂ ਬਾਅਦ ਚ ਨਾਮ ਕੀਤਾ ਸੀ ਮੇਲ ਦੀ ਨਾਗਿਨ, ਪਰ ਮੈਨੂੰ ਅੱਜ ਵੀ ਲੱਗਦਾ ਕਿ ਸਰਦਲ ਹੀ ਜ਼ਿਆਦਾ ਬੈਟਰ ਸੀ। ਮੈਂ ਸਿਆਣਾ ਬੰਦਾ। ਐਗਜ਼ੈਕਟਲੀ, ਕਿ ਕਈ ਵਾਰੀ ਅਸੀਂ ਹੁੰਦਾ ਕਿ ਗਲਤੀਆਂ ਉਹੀ ਨਾ ਵਕਤ ਪੈਣ ਤੇ ਸਾਨੂੰ ਬੜੀਆਂ ਚੀਜ਼ਾਂ ਦੀ ਸਮਝ ਆਉਂਦੀ ਹੈ। ਉਹਦੇ ਵਿੱਚ ਇਹ ਹੈ ਕਿ ਇੱਕ ਬੜੀ ਭਰੀ ਪੂਰੀ ਔਰਤ ਜਿਹੜੀ ਹੈ ਉਹਦਾ ਵਿਆਹ ਇੱਕ ਵੰਡਰਫੁਲ ਸਟੋਰੀ। ਨਪੁੰਸਕ ਆਦਮੀ ਦੇ ਨਾਲ ਵਿਆਹ ਹੋ ਜਾਂਦਾ ਹੈ। ਹੁਣ ਦੇਖੋ, ਜੇ ਮੇਰੀ ਰੇਲਵੇ ਵਾਲੇ ਨਾਲ ਮੈਂ ਵਿਆਹੀ ਨਾ ਹੁੰਦੀ ਤਾਂ ਸ਼ਾਇਦ ਮੈਂ ਉਹੋ ਜਿਹਾ ਬਿਰਤਾਂਤ ਕਦੀ ਵੀ ਨਾ ਸਿਰਜ ਸਕਦੀ। ਮੈਨੂੰ ਹਾਂਜੀ ਕੁਆਟਰ ਨੇ ਜਿਹੜੇ ਸਾਰੇ ਔਰ ਉੱਥੋਂ ਦੀਆਂ ਸਾਰੀ ਮੈਂ ਬਿਲਡ ਅਪ ਕੀਤਾ, ਤਾਂ ਇਹ ਵੀ ਚਲੋ ਆਪਣੀ ਸਿਰਜਣ ਪ੍ਰਕਿਰਿਆ ਦਾ ਹੀ ਮੇਰਾ ਇੱਕ ਅੰਗ ਹੈ ਕਿ ਮੈਂ ਇੱਕ ਸਟੇਸ਼ਨ ਮਾਸਟਰ ਨਾਲ ਵਿਆਹੀ ਗਈ ਅਤੇ ਮੇਰਾ ਅਨੁਭਵ ਜਿਹੜਾ ਸੀ ਉਹ ਇੰਨਾ ਵਾਈਡ ਹੋਇਆ। ਨਹੀਂ ਤਾਂ ਇਹੋ ਜਿਹੇ ਮੈਂ ਆਪਣੀ ਪੰਜਾਬੀ ਕਹਾਣੀ ਦੇ ਵਿੱਚ ਮੈਨੂੰ ਲੱਗਦਾ ਰੇਲਵੇਜ਼ ਦਾ ਜ਼ਿਕਰ ਇੰਨਾ ਆਇਆ ਹੀ ਨਹੀਂ। ਤਾਂ ਮੇਰੀਆਂ 2 ਕਹਾਣੀਆਂ ਇਸੇ ਕਹਾਣੀ ਸੰਗ੍ਰਹਿ ਵਿੱਚ ਨੇ, ਪਿੱਛਾ ਰਹਿ ਗਿਆ ਦੂਰ ਅਤੇ ਇੱਕ ਮੇਲ ਦੀ ਨਾਗਿਨ। ਮੈਂ ਉਹਨਾਂ ਦੋਵਾਂ ਦਾ ਜਿਹੜਾ ਪਲਾਟ ਹੈ ਉਹ ਸਟੇਸ਼ਨਾਂ ਦਾ ਹੀ ਸਿਰਜਿਆ। ਈਵਨ ਬਦਨਾਮ ਬਸਤੀ ਦੇ ਵਿੱਚ ਵੀ ਜਿਹੜਾ ਉਹ ਸਟੇਸ਼ਨ ਦਾ ਜ਼ਿਕਰ ਆਉਂਦਾ। ਉਹਦਾ ਕਾਰਨ ਕੀ ਹੈ ਕਿ ਤੁਸੀਂ ਨਾ ਦੇਖੋਗੇ ਜਿਹੜੇ ਰੇਲਵੇ ਕਲੋਨੀਜ਼ ਹੁੰਦੀਆਂ ਨੇ ਨਾ, ਉਹਨਾਂ ਦੇ ਨਾਲ ਜਿਹੜੀਆਂ ਨੇ ਉਹ ਡੰਮ ਬਸਤੀਆਂ ਵੀ ਬਸੀਆਂ ਹੁੰਦੀਆਂ ਨੇ। ਉਹ ਜਿਹੜੀਆਂ ਬਸਤੀਆਂ ਨਾ, ਉਹਨਾਂ ਬਸਤੀਆਂ ਦੇ ਵਿੱਚ ਗਲਤ ਕੰਮ ਚੱਲਦੇ ਨੇ। ਉਹਨਾਂ ਦਾ ਮੈਨੂੰ ਕਦੇ ਵੀ ਪਤਾ ਨਾ ਚੱਲਦਾ ਜੇਕਰ ਮੈਨੂੰ ਪਤਾ ਨਾ ਹੁੰਦਾ ਕਿ ਰੇਲਵੇ ਦੇ ਨਾਲ ਲੱਗਦੀਆਂ ਜਿਹੜੀਆਂ ਇਹ ਬਸਤੀਆਂ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਆ। ਠੀਕ ਹੈ ਜੀ, ਔਰ ਪਲੱਸ ਕਿਵੇਂ ਦੀ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ। ਫਿਰ ਨਾਲ ਆਪਾਂ ਗੱਲਾਂ ਇਹ ਵੀ ਵਿੱਚ ਥੋੜ੍ਹਾ ਲਾਈਫ ਦਾ ਜ਼ਿਕਰ ਵੀ ਆਉਂਦਾ ਜਾਏਗਾ ਕਿ ਚਾਹੇ ਮੈਂ ਪੜ੍ਹਾਈ ਕੀਤੀ ਸਾਰੀ, B.Ed ਕੀਤੀ, M.Ed ਕੀਤੀ, M.A ਇਨ ਹਿਸਟਰੀ ਕੀਤੀ, M.Phil ਇਨ ਹਿਸਟਰੀ ਕੀਤੀ, PGDCA ਕੀਤਾ। ਕੁਆਲੀਫਿਕੇਸ਼ਨ ਮੇਰੀ, ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਸਿਰਫ ਉਦੋਂ ਇੱਕ ਸਿੰਪਲ ਜੀ ਗ੍ਰੈਜੂਏਟ ਸੀ, ਪਤੀ ਦਾ ਸਾਥ ਰਿਹਾ। ਪਰ ਜਦੋਂ ਮੈਂ ਕਾਲਜ ਵਿੱਚ ਸੀ, ਜਨਤਾ ਨੈਸ਼ਨਲ ਕਾਲਜ ਜਲਾਲਾਬਾਦ ਪੜ੍ਹਦੀ ਸੀ ਮੈਂ, ਜਲਾਲਾਬਾਦ ਦਾ ਜਨਮ ਹੈ ਮੇਰਾ। ਮੇਰੇ ਪਾਪਾ ਵਰਗਾ, ਮੈਂ ਕਹਿੰਦੀ ਚਲੋ ਸਾਰਿਆਂ ਦੇ ਫਾਦਰ ਬਹੁਤ ਅੱਛੇ ਹੁੰਦੇ ਹੈ, ਪਰ ਰੱਬ ਮੇਰੇ ਪਿਓ ਵਰਗਾ ਪਿਓ ਸਾਰਿਆਂ ਨੂੰ ਦੇਵੇ। ਉਸ ਹਮੇਸ਼ਾ ਆਪਾਂ ਕਹਿੰਦੇ ਹਾਂ ਕਿ ਉਹ ਆਮ ਤੌਰ 'ਤੇ ਇਹ ਕਹਿ ਦਿੰਦੇ ਕਿ ਮੈਂ ਕਾਮਰੇਡ ਹਾਂ। ਤਾਂ ਮੈਂ ਅੱਗੋਂ ਸਵਾਲ ਪੁੱਛਦੀ ਹੁੰਦੀ ਹਾਂ ਕਿ ਤੁਸੀਂ ਕਾਮਰੇਡ ਕਹਿਣ ਵਾਲਿਆਂ ਵਿੱਚੋਂ ਹੀ ਹੋ ਕਿ ਕਾਮਰੇਡ ਹੋ? ਕਾਮਰੇਡ ਕਹਿਣਾ ਅਤੇ ਕਾਮਰੇਡ ਹੋਣਾ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਮੇਰੇ ਫਾਦਰ ਸਾਹਿਬ ਕਾਮਰੇਡ ਆਪਣੇ ਆਪ ਨੂੰ ਕਹਿੰਦੇ ਵੀ ਸੀ, ਉਹ ਕਾਮਰੇਡ ਸੀ ਵੀ। ਅਤੇ ਮੈਨੂੰ ਮਾਣ ਹੈ ਕਿ ਮੇਰੀਆਂ ਰਗਾਂ ਦੇ ਵਿੱਚ ਗੁਰਚਰਨ ਸਿੰਘ ਭੰਡਾਰੀ ਦਾ ਖੂਨ ਹੈ। ਭੰਡਾਰੀ ਅੰਕਲ ਨੂੰ ਮੈਂ ਆਪਣੇ ਫਾਦਰ ਹੀ ਮੰਨਦੀ ਹਾਂ, ਕਿਉਂਕਿ ਮੈਨੂੰ ਹੁੰਦਾ ਕਿ ਮੈਂ ਭੰਡਾਰੀਆਂ ਦੀ ਧੀ ਹਾਂ। ਇੱਕ ਮੇਰੇ ਫਾਦਰ ਜੇ ਉਹ ਰੱਬ ਦੇ ਘਰ ਚਲੇ ਗਏ ਹੈ, ਤਾਂ ਮੇਰੇ ਫਾਦਰ ਮੇਰੇ ਕੋਲ ਬੈਠੇ ਹੈ, ਤਾਂ ਇਹ ਸਾਡੇ ਕੋਲ ਰਹਿਣਗੇ। ਅੱਜ ਮੇਰੇ ਪਾਪਾ ਨਾ, ਮੇਰੇ ਮੰਮੀ ਵੀ ਖਾਣਾ ਵਧੀਆ ਬਣਾਉਂਦੇ ਸੀ, ਪਰ ਮੇਰੇ ਪਾਪਾ ਜਦੋਂ ਡਿਊਟੀ ਤੋਂ ਸ਼ਾਮ ਨੂੰ ਘਰ ਵਾਪਸ ਆਉਂਦੇ ਹੁੰਦੇ ਸੀ, ਮੇਰੇ 2 ਵੱਡੇ ਭਰਾ ਅਤੇ ਮੈਂ ਛੋਟੀ ਇੱਕੋ ਹੀ ਭੈਣ ਉਹਨਾਂ ਦੀ। ਇੱਕ ਭਰਾ ਦੀ ਵੱਡੇ ਦੀ ਡੈਥ ਹੋ ਗਈ ਸੀ ਅਤੇ ਫਿਰ ਅਸੀਂ 2 ਭੈਣ ਭਰਾ ਹੀ ਰਹਿ ਗਏ। ਪਰ ਮੇਰੇ ਪਾਪਾ ਮੈਨੂੰ ਆਪਣੇ ਭਰਾਵਾਂ ਨਾਲ ਵੀ ਜ਼ਿਆਦਾ ਪਿਆਰ ਕਰਦੇ ਸੀ, ਔਰ ਮੈਂ ਪੜ੍ਹੀ ਵੀ ਮੇਰੇ ਭਰਾਵਾਂ ਨਾਲੋਂ ਜ਼ਿਆਦਾ। ਸਾਨੂੰ ਖੁੱਲ੍ਹੀ ਛੁੱਟੀ ਸੀ ਵੀ ਤੁਸੀਂ ਜੋ ਕਰਨਾ ਚਾਹੁੰਦੇ ਕਰੋ, ਲੇਕਿਨ ਇਹ ਕੰਮ ਕਰੋ ਕਿ ਜਦੋਂ ਵੀ ਕੋਈ ਗੱਲ ਹੈ ਨਾ, ਸਿੱਧੀ ਮਾਂ ਨਾ ਕਰੋ ਮੇਰੇ ਨਾਲ ਜ਼ਰੂਰ ਕਰਨੀ ਹੈ। ਤਾਂ ਅਸੀਂ ਆਪਣੇ ਪਾਪਾ ਨਾਲ ਹੀ ਹਮੇਸ਼ਾ ਹਰ ਗੱਲ ਖੁੱਲ੍ਹ ਕੇ ਕਰਦੇ ਸੀ। ਮੈਂ ਰੋਟੀ ਪਾਣੀ ਬਣਾਉਣਾ ਵੀ ਆਪਣੀ ਮੰਮੀ ਕੋਲੋਂ ਨਹੀਂ ਸਿੱਖਿਆ। ਮੇਰੇ ਪਾਪਾ ਨੇ ਮੈਨੂੰ ਕਿਹਾ ਹੋਇਆ ਸੀ, ਕਹਿੰਦੇ ਹੁੰਦੇ ਸੀ ਕਿ ਮੇਰੀ ਧੀ ਦੀਆਂ ਅੱਖਾਂ ਬੜੀਆਂ ਸੋਹਣੀਆਂ ਹੈ ਅਤੇ ਇਹਨੂੰ ਪਿਆਜ਼ ਨਹੀਂ ਕੱਟਣ ਦੇਣੇ, ਪਿਆਜ਼ ਕੱਟੇਗੀ ਤੇ ਇਹਦੀ ਅੱਖਾਂ 'ਚੋਂ ਪਾਣੀ ਆ ਜਾਏਗਾ। ਤਾਂ ਬਣਾਈ ਸੀ ਹੈ ਨਾ। ਤਾਂ ਲੇਕਿਨ ਜ਼ਿੰਦਗੀ ਸਾਨੂੰ ਬਹੁਤ ਰਵਾਉਂਦੀ ਹੈ। ਜ਼ਿੰਦਗੀ ਪਿਆਜ਼ ਦਾ ਪਾਣੀ ਨਹੀਂ ਹੈ, ਇਹ ਤਾਂ ਕੁੜੱਤਣ ਹੈ ਨਾ। ਤਾਂ ਉਹ ਤਾਂ ਵਕਤ ਪੈਣ 'ਤੇ ਪਤਾ ਲੱਗਦਾ ਕਿ ਜ਼ਿੰਦਗੀ ਦੇ ਜਿਹੜੇ ਗੰਢੇ ਉਹ ਕਿੰਨੇ ਕੌੜੇ ਹੁੰਦੇ ਹੈ। ਅਤੇ ਉਹਨਾਂ ਤੋਂ ਸਾਡਾ ਪਿਓ ਸਾਡਾ ਬਚਾਅ ਨਹੀਂ ਕਰ ਸਕਦਾ। ਉਹਨੂੰ ਕੜੱਤਣ ਨੂੰ ਇਹਨਾਂ ਅੱਖਾਂ ਨੇ ਨਹੀਂ, ਸਾਡੇ ਦਿਲ ਦੇ ਜਿਹੜੇ ਨਾ ਅਥਰੂ ਉਹਨਾਂ ਨੇ ਚੱਲਣਾ ਹੁੰਦਾ। ਤਾਂ ਸੋ ਉਹ ਹਰ ਔਰਤ ਚੱਲਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਕਾਲਜ ਦੇ ਟਾਈਮ 'ਤੇ ਮੈਂ ਲਿਖਦੀ ਹੁੰਦੀ ਸੀ, ਤਾਂ ਈਵਨ ਸਾਨੂੰ ਉਦੋਂ ਆਪਾਂ ਜਦੋਂ ਪੜ੍ਹਦੇ ਸੀ ਤਾਂ ਫੇਅਰਵੈਲ ਪਾਰਟੀ ਹੋਇਆ ਕਰਦੀ ਸੀ। ਜਦੋਂ ਮੈਨੂੰ ਫਾਈਨਲ ਦੇ ਵੀ ਸਾਨੂੰ ਟਾਈਟਲ ਮਿਲਦੇ ਸੀ, ਤਾਂ ਜਿਹੜੀ ਮੇਰੀ ਜੂਨੀਅਰ ਕਲਾਸ ਸੀ BA ਸੈਕੰਡ ਈਅਰ ਦੀ, ਉਹਨਾਂ ਨੇ ਸਾਨੂੰ ਟਾਈਟਲ ਦਿੱਤੇ। ਤਾਂ ਮੈਨੂੰ ਉਹ ਟਾਈਟਲ ਮੈਂ ਅੱਜ ਸੰਭਾਲ ਕੇ ਰੱਖਿਆ ਹੋਇਆ। ਉਹਨਾਂ ਨੇ ਮੈਨੂੰ ਟਾਈਟਲ ਦਿੱਤਾ ਸੀ ਸ਼ਬਦਾਂ ਦੀ ਰਾਣੀ। ਤਾਂ ਉਹ ਸ਼ਬਦਾਂ ਦੀ ਰਾਣੀ ਮੈਂ ਅੱਜ ਹਾਂ ਕਿ ਨਹੀਂ ਹਾਂ, ਪਰ ਮੈਨੂੰ ਉਹ ਟਾਈਟਲ ਨੂੰ ਮੇਰਾ ਦਿਲ ਕਰਦਾ ਕਿ ਮੈਂ ਸਾਰਥਕ ਕਰਾਂ। ਜਦੋਂ ਤੁਸੀਂ ਕਹਾਣੀ ਲਿਖਦੇ ਹੋ ਜਾਂ ਕਹਾਣੀ ਬਾਰੇ ਸੋਚਦੇ ਹੋ ਜੀ, ਤੁਹਾਡੇ ਮਨ 'ਚ ਪਹਿਲਾਂ ਪਾਤਰ ਹੁੰਦਾ ਜਾਂ ਕੋਈ ਵਿਚਾਰ ਹੁੰਦਾ ਜਾਂ ਕੋਈ ਘਟਨਾ? ਹਾਂ ਦੇਖੋ, ਇਹ ਕਈ ਵਾਰੀ ਘਟਨਾ ਵੀ ਹੁੰਦੀ ਹੈ, ਕਈ ਵਾਰੀ ਪਾਤਰ ਵੀ ਹੁੰਦਾ ਹੈ। ਜੇ ਮੈਂ ਸਭ ਤੋਂ ਪਹਿਲਾਂ ਘਟਨਾ ਔਰ ਪਾਤਰ ਦੀ ਗੱਲ ਕਰਾਂ ਨਾ, ਤਾਂ ਦੇਖੋ ਉਹ ਇੱਕ ਅਣਚਾਹੀ ਬੱਚੀ ਦਾ ਪਾਤਰ, ਮੇਰੇ ਕੋਲ 2 ਬੱਚੀਆਂ ਦਾ ਪਾਤਰ ਹੈ। ਔਰ ਉਦੋਂ ਤੋਂ ਹੀ ਮੈਨੂੰ ਲੱਗਦਾ ਜਦੋਂ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਜ਼ਿੰਦਗੀ ਕੀ ਹੁੰਦੀ। ਮੁਸ਼ਕਿਲ ਨਾਲ ਮੈਂ 6-7 ਸਾਲ ਦੀ ਬੱਚੀ ਹੋਵਾਂਗੀ, ਮਿਸ਼ਟੀ ਨਾਲੋਂ ਸਾਲ 2 ਸਾਲ ਸ਼ਾਇਦ ਵੱਡੀ, ਕਿਉਂਕਿ ਮੈਨੂੰ ਯਾਦ ਅੱਜ ਵੀ ਮੇਰੇ ਦਿਲ ਦੇ ਅੰਦਰ ਡੂੰਘੀ ਛਪੀ ਹੋਈ ਹੈ। ਤਾਂ ਉਹ ਮੇਰੇ ਕੋਲ ਪਾਤਰ ਅਤੇ ਘਟਨਾ ਇਕੱਠੇ ਹੀ ਆਏ ਮੇਰੇ ਕੋਲ ਮੈਮ। ਉਹ ਕਿਵੇਂ ਆਏ
ਕਿ ਮੇਰੇ ਪਾਪਾ ਪੰਜਾਬ ਰੋਡਵੇਜ਼ ਵਿੱਚ ਸਰਵਿਸ ਕਰਦੇ ਸੀ ਤੇ ਨਾਲ ਹੀ ਅਸੀਂ ਭੰਡਾਰੀਆਂ ਦੀ ਸਾਡੀ ਢਾਣੀ ਹੈ ਅਮੀਰ ਖਾਸ ਪਿੰਡ। ਅਸੀਂ ਪਿੱਛੋਂ ਪਾਕਿਸਤਾਨ ਤੋਂ ਸ਼ਾਦੇ ਵਾਲਾ ਪਿੰਡ ਤੋਂ ਸੀ ਸਾਡੇ ਵੱਡੇ। ਤਾਂ ਜਦੋਂ ਪਾਰਟੀਸ਼ਨ ਹੋਈ ਤਾਂ ਇੱਧਰ ਅਸੀਂ ਆ ਗਏ। ਪਿੱਛੇ ਸਾਡੀ ਆਪਣੀ ਭੰਡਾਰੀਆਂ ਦੀ ਪੱਤੀ ਸੀ, ਇੱਧਰ ਆ ਕੇ ਸਾਡੀ ਭੰਡਾਰੀਆਂ ਸਾਨੂੰ 100 ਏਕੜ ਜ਼ਮੀਨ ਇੱਧਰ ਅਲਾਟ ਹੋਈ ਤੇ ਸਾਡੀ ਆਪਣੀ ਭੰਡਾਰੀਆਂ ਢਾਣੀ ਬਣ ਗਈ। ਅਮੀਰ ਖਾਸ ਵੀ ਕੁਝ ਜ਼ਮੀਨ ਸੀ ਨਾਲ, ਜਿੰਨੀ ਲੱਗਦੀ ਕਮਰੇ ਵਾਲਾ ਪਿੰਡ ਤੇ ਅਮੀਰ ਖਾਸ ਦੇ ਵਿਚਕਾਰ ਜਿੰਨੀ ਜ਼ਮੀਨ ਸੀ ਉਹ ਸਾਡੀ ਮੇਰੇ ਦਾਦਕਿਆਂ ਨੂੰ ਮਿਲੀ ਸੀ। ਤਾਂ ਸਾਡੀ ਭੰਡਾਰੀਆਂ ਦੀ ਢਾਣੀ ਬਣ ਗਈ। ਤਾਂ ਮੇਰੇ ਦਾਦਾ ਜੀ ਨੂੰ ਵੀ ਇਹ ਸੀ ਕਿ ਬੱਚੇ ਪੜ੍ਹਾਉਣੇ। ਮੇਰੇ ਦਾਦਾ ਜੀ ਉਸ ਟਾਈਮ 'ਤੇ ਉੱਧਰ ਦੇ ਪਟਵਾਰੀ ਹੋਇਆ ਕਰਦੇ ਸੀ। ਮੇਰੇ ਪਾਪਾ ਪਹਿਲੇ ਮੈਟ੍ਰਿਕ ਪਾਸ ਇੱਧਰੋਂ ਹੋਏ ਅਤੇ ਉਹਨਾਂ ਨੂੰ ਰੋਡਵੇਜ਼ ਦੇ ਵਿੱਚ ਜੋਬ ਮਿਲ ਗਈ। ਤਾਂ ਮੇਰੇ ਪਾਪਾ ਨੂੰ ਇਹ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਨਾਲ ਹੀ ਜਲਾਲਾਬਾਦ ਸ਼ਹਿਰ ਸੀ। ਤਾਂ ਮੇਰੇ ਦਾਦਾ ਜੀ ਨੇ ਹੀ ਉੱਥੇ ਲਈ ਸੀ। ਉੱਥੇ ਪਿੰਡ ਦੇ ਵਿੱਚੋਂ 2 ਏਕੜ ਜ਼ਮੀਨ ਵੇਚੀ ਅਤੇ ਇੱਥੇ ਉਹਨਾਂ ਨੇ ਜਿਹੜੀ ਸੀ 4 ਕਨਾਲਾਂ ਜ਼ਮੀਨ ਖਰੀਦ ਲਈ, ਜਿੱਥੇ ਸਾਡੀ ਸਭ ਤੋਂ ਪਹਿਲੀ ਹਵੇਲੀ ਬਣੀ। ਉਹ ਹਵੇਲੀ ਦੇ ਉੱਪਰ ਜਿਹੜੀ ਮੈਂ ਕਹਾਣੀ ਹੁਣ ਸਿਰਜਣਾ ਵਿੱਚ ਵਾਪਸ ਮੰਗਵਾਈ ਹੈ ਨਾ, ਅਸਲ ਦੇ ਵਿੱਚ ਉਹ ਕਹਾਣੀ ਵੇਖੋ। ਹੁਣ ਉਹਦੀ ਜਿਹੜੀ ਪਾਤਰ ਹੈ ਨਾ, ਉਹ ਹਵੇਲੀ ਪਾਤਰ ਹੈ। ਹੁਣ ਉਹਦੇ ਵਿੱਚ ਨਾ ਤਾਂ ਮਨੁੱਖ ਹੈ ਨਾ ਉਹ ਘਟਨੇ। ਹੁਣ ਮੈਂ ਕਹਿੰਦੀ ਹਾਂ ਜਿਹੜੇ ਪਾਤਰ ਹੈ ਨਾ, ਉਹ ਸਿਰਫ ਮਨੁੱਖ ਹੀ ਨਹੀਂ ਹੋ ਸਕਦੇ। ਪਾਤਰ ਜਿਹੜੇ ਨੇ ਉਹ ਇੱਟਾਂ ਵੀ ਹੋ ਸਕਦੀਆਂ ਨੇ। ਪਾਤਰ ਹੁਣ ਤੁਹਾਡੇ ਕੋਲ ਰੁੱਖ ਆਇਆ ਚੱਲ ਕੇ ਸਾਹਮਣੇ, ਉਹ ਪਾਤਰ ਰੁੱਖ ਆਇਆ ਤੁਹਾਡੇ ਕੋਲ, ਕੋਈ ਮਨੁੱਖ ਤਾਂ ਨਹੀਂ ਆਇਆ। ਲੇਕਿਨ ਉਹ ਜਿਹੜਾ ਰੁੱਖ ਹੈ ਨਾ, ਉਹ ਢਲਦਾ ਢਲਦਾ ਐਸੇ ਮਨੁੱਖ ਦੀ ਸ਼ੇਪ ਲਏਗਾ ਜਿਹੜਾ ਜ਼ਿੰਦਗੀ ਦਾ ਬਿਰਤਾਂਤ ਸਿਰਜ ਜਾਏਗਾ। ਉਸ ਹਵੇਲੀ ਨੇ ਐਸਾ ਚੌਕਟਾ ਜ਼ਿੰਦਗੀ ਦਾ ਤਿਆਰ ਕੀਤਾ ਕਿ ਅਸੀਂ ਕਿਤੇ ਵੀ ਉਜੜਿਆ ਗ੍ਰਾਂ ਨਿਤਰਿਆ ਵੱਤਰ, ਮੈਂ ਉਹਦਾ ਇੱਕ ਸਬ ਟਾਈਟਲ ਦਿੱਤਾ ਸੀ ਕਹਾਣੀ ਦੇ ਵਿੱਚ ਕਿ ਗ੍ਰਾਂ ਉਜੜ ਗਏ ਪਾਕਿਸਤਾਨ ਤੋਂ, ਇੱਧਰ ਆ ਕੇ ਜ਼ਮੀਨਾਂ ਅਲਾਟ ਹੋਈਆਂ, ਪੱਥਰ ਸੀ ਬਿਲਕੁਲ ਹੀ। ਉਹਨਾਂ ਨੂੰ ਫਿਰ ਉਹਨਾਂ ਨੇ ਵਾਹੀ ਯੋਗ ਬਣਾਇਆ, ਵੱਤਰ ਨਿਤਰਿਆ, ਬੀਜ ਪਾਇਆ ਗਿਆ, ਫਸਲਾਂ ਲਹਿਲਾਈਆਂ, ਉੱਥੋਂ ਫਿਰ ਸਾਡੀਆਂ ਹਵੇਲੀਆਂ ਬਣੀਆਂ। ਹਵੇਲੀਆਂ ਤੋਂ ਜਲਾਲਾਬਾਦ ਦੇ ਵਿੱਚ ਸਾਡੀ ਹੁਣ ਭੰਡਾਰੀ ਮਾਰਕੀਟ ਹੈ, ਮਾਰਕੀਟ ਬਣੀ। ਲੇਕਿਨ ਰਿਸ਼ਤੇ ਕਿਵੇਂ ਕਮਰਿਆਂ ਵਿੱਚ ਕੈਦ ਹੋਏ ਤੇ ਕਿਵੇਂ ਕਮਰਿਆਂ ਦੇ ਵਿੱਚੋਂ ਨਿਕਲ ਕੇ ਪੰਖੇਰੂ ਬਣ ਕੇ ਉੱਡ ਗਏ। ਤੇ ਅੱਜ ਜਿਹੜੇ ਸਾਡੇ ਬਜ਼ੁਰਗ ਨੇ ਉਹ ਕਿਵੇਂ ਦਰਵਾਜ਼ੇ ਬੰਦ ਕਰਕੇ ਬਾਹਰੋਂ ਬੈਲ ਕਰਕੇ ਕਹਿੰਦੇ ਨੇ ਮੈਂ ਆਈ ਜੀ। ਮੈਂ ਬਹੁਤ ਛੋਟੀ ਸੀ, ਮੈਨੂੰ ਇੱਕ ਅਣਚਾਹੀ ਬੱਚੀ ਜਿਸ ਦਾ ਜਨਮ ਹੋਇਆ ਤੇ ਉਹਨੂੰ ਰੂੜੀ 'ਤੇ ਸੁੱਟ ਦਿੱਤਾ ਗਿਆ, ਉਹ ਬੱਚੀ ਮੇਰੇ ਕੋਲ ਪਾਤਰ ਆਈ। ਇੱਕ ਉਹ ਬੱਚੀ ਜਿਹੜੀ ਅਣਚਾਹੀ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਬੋਟ ਨੂੰ ਅਬੋਰਟ ਕਰਵਾ ਕੇ ਰੂੜੀ ਉੱਤੇ ਸੁੱਟ ਦਿੱਤਾ ਗਿਆ। ਮੈਨੂੰ ਤਾਂ ਨਹੀਂ ਪਤਾ ਸੀ ਕਿ ਇਹ ਸਾਰਾ ਕੁਝ ਕੀ ਹੁੰਦਾ ਹੈ, ਪਰ ਮੇਰੇ ਮਨ 'ਚ 2 ਗੱਲਾਂ ਬੈਠ ਗਈਆਂ। ਉਹਨਾਂ ਕਹਾਣੀਆਂ ਨੇ ਹੁਣ ਜਾ ਕੇ ਉਹਨਾਂ ਪਾਤਰਾਂ ਨੇ ਆਪਣਾ ਸਪੇਸ ਲਿਆ। ਮੇਰੀ ਇੱਕ ਕਹਾਣੀ ਸਭ ਤੋਂ ਮੇਰੇ ਦਿਲ ਦੇ ਬੜੀ ਨਜ਼ਦੀਕ ਹੈ, ਗੁਨਾਹਾਂ ਦੇ ਫੁੱਲ। ਉਹ ਜਿਹੜੀ ਸਭ ਤੋਂ ਮੇਰੀ ਜ਼ਿੰਦਗੀ ਦੀ ਪਹਿਲੀ ਪਾਤਰ ਸੀ, ਉਹ ਗੁਨਾਹਾਂ ਦੇ ਫੁੱਲ ਵਿੱਚ ਆਉਂਦੀ ਹੈ ਸਾਕਾਰ ਰੂਪ ਦੇ ਵਿੱਚ। ਉਹਨੂੰ ਸੱਚੀ ਮੁੱਚੀ ਮੇਰੇ ਪਾਪਾ ਨੇ ਕੀ ਕੀਤਾ ਹੋਇਆ ਸੀ ਕਿ ਰੋਡਵੇਜ਼ 'ਚ ਜੌਬ ਕਰਦੇ ਸੀ, ਨਾਲ ਉਹਨਾਂ ਨੇ ਸਾਡੀ ਡਬਲ ਸਟੋਰੀ ਘਰ ਬਣਿਆ ਹੋਇਆ ਸੀ ਸਿਟੀ ਪੁਲਿਸ ਸਟੇਸ਼ਨ ਹੈ ਜਲਾਲਾਬਾਦ ਦੇ ਵਿੱਚ, ਜਿੱਥੇ ਸਾਡੀ ਹਵੇਲੀ ਸੀ। ਅਤੇ ਅਸੀਂ ਕੁਝ ਪੋਰਸ਼ਨ ਐਵੇਂ ਦਾ ਬਣਾਇਆ ਹੋਇਆ ਸੀ ਰੈਂਟਲ ਪਰਪਸ ਦੇ ਨਾਲ। ਔਰ ਸਿਟੀ ਪੁਲਿਸ ਸਟੇਸ਼ਨ ਹੋਣ ਦੇ ਨਾਲ ਜਿੰਨੇ ਵੀ ਪੁਲਿਸ ਵਾਲੇ ਹੁੰਦੇ ਸੀ, ਉਹਨਾਂ ਨੇ ਕਿਰਾਏ 'ਤੇ ਲੈਣਾ ਹੁੰਦਾ ਸੀ ਨਾ ਮਕਾਨ। ਆਲਮੋਸਟ ਸਾਰੇ ਜਿਹੜੇ ਪੁਲਿਸ ਵਾਲੇ SHO ਸਬ ਇੰਸਪੈਕਟਰ ਵਗੈਰਾ ਹੁੰਦੇ ਸੀ, ਅਸੀਂ ਉਹਨਾਂ ਨੂੰ ਹੀ ਰੈਂਟ 'ਤੇ ਉਹ ਮੇਰੇ ਪਾਪਾ ਯਾਰਾਂ ਦਿਆ ਕਰਦੇ ਹੁੰਦੇ ਸੀ। ਤਾਂ ਹੁਣ ਮੈਨੂੰ ਇਹ ਯਾਦ ਨਹੀਂ ਹੈ ਕਿ ਉਹ ਅੰਕਲ ਜਿਹੜੇ ਸੀ ਉਹ ASI ਸੀ ਜਾਂ SHO ਸੀ ਜਾਂ ਕੁਝ ਵੀ ਸੀ, ਕਿਹੜੀ ਵੀ ਡੈਜ਼ਿਗਨੇਸ਼ਨ ਤੇ ਗੋਡ ਨੋਜ਼। ਮੇਰੇ ਪਾਪਾ ਨੇ ਇੱਕ ਜੀਪ ਬਣਾਈ ਹੋਈ ਸੀ ਅਤੇ ਉਸ ਟਾਈਮ 'ਤੇ ਚਲਦੀਆਂ ਹੁੰਦੀਆਂ ਸੀਗੀਆਂ ਫੀਅਟ ਔਰ ਅੰਬੈਸਡਰ ਗੱਡੀਆਂ ਹੁੰਦੀਆਂ ਸੀ। ਸਾਡੇ ਕੋਲ ਇੱਕ ਫੀਅਟ ਹੁੰਦੀ ਸੀ, ਇੱਕ ਅੰਬੈਸਡਰ ਹੁੰਦੀ ਸੀ, ਇੱਕ ਜੀਪ ਹੁੰਦੀ ਸੀ। ਜੀਪ ਪੱਕੇ ਤੌਰ 'ਤੇ ਪੁਲਿਸ ਵਾਲਿਆਂ ਦੇ ਨਾਲ ਰੇਡ ਵਾਸਤੇ ਲੱਗੀ ਹੋਈ ਸੀ। ਤਾਂ ਉਸ ਦਿਨ ਮੇਰੇ ਪਾਪਾ ਹੀ ਆਪ ਜੌਬ 'ਤੇ ਨਹੀਂ ਗਏ ਸੀ, ਮੇਰੇ ਪਾਪਾ ਗਏ ਸੀ ਉਸ ਦਿਨ ਨਾਲ। ਤਾਂ ਉਹ ਜਦੋਂ ਅਸੀਂ ਸਵੇਰੇ ਸੁੱਤੇ ਉੱਠੇ ਤਾਂ ਕਹਿੰਦੇ ਵੀ ਉਹ ਜਿਹੜੇ ਆਂਟੀ ਸੀ ਉਹਨਾਂ ਦੇ ਘਰ ਬੇਟੀ ਨੇ ਜਨਮ ਲਿਆ। ਲੇਕਿਨ ਉਹ ਬੇਟੀ ਨੇ ਜਨਮ ਨਹੀਂ ਲਿਆ ਸੀ, ਉਸ ਬੱਚੀ ਦਾ ਨਾਮ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਬੱਚੀ ਦਾ ਨਾਮ ਪਿੰਕੀ ਰੱਖਿਆ ਗਿਆ ਸੀ। ਤਾਂ ਮੇਰੀ ਇੱਕ ਪੀੜ੍ਹੀ ਹੁੰਦੀ ਸੀ, ਆਪਣੇ ਘਰ ਪੀੜ੍ਹੀਆਂ ਹੁੰਦੀਆਂ ਸੀ ਨਾ ਛੋਟੇ ਛੋਟੇ ਪਾਵਿਆਂ ਵਾਲੀਆਂ ਨਵਾਰ ਦੀਆਂ ਹੋਣੀਆਂ ਹੋਈਆਂ, ਮੇਰੀ ਪੀੜ੍ਹੀ ਹੁੰਦੀ ਸੀ ਉਹ ਵਾਲੀ। ਮੇਰੇ ਮੰਮੀ ਉਦੋਂ ਚਾਟੀ ਵਿੱਚ ਸਾਡੇ ਕੋਲ ਮੱਝਾਂ ਹੁੰਦੀਆਂ ਸੀ ਅਤੇ ਚਾਟੀ 'ਚ ਦੁੱਧ ਰਿੜਕਦੇ ਸੀ ਅਤੇ ਸਾਰੇ ਕਹਿੰਦੇ ਮੱਖਣਾਂ ਦੀ ਮੈਂ ਪਾਲੀ ਹੋਈ ਹੈ ਨਾ। ਮੇਰੇ ਮੰਮੀ ਨੇ ਮੱਖਣ ਰਿੜਕਣਾ ਅਤੇ ਮੈਂ ਕਟੋਰੀ ਲੈ ਕੇ ਕੋਲ ਬੈਠੀ ਹੋਣਾ ਅਤੇ ਮੈਂ ਨਾਲ ਨਾਲ ਖਾਈ ਜਾਣਾ ਮੱਖਣ। ਮੈਂ ਉਸ ਪੀੜ੍ਹੀ ਉੱਪਰ ਹੀ ਬੈਠਦੀ ਹੁੰਦੀ ਸੀ। ਪਰ ਉਸ ਦਿਨ ਜਦੋਂ ਮੈਂ ਸਵੇਰੇ ਉੱਠੀ ਅਤੇ ਮੇਰੀ ਪੀੜ੍ਹੀ ਦੇ ਉੱਪਰ ਉਸ ਬੱਚੀ ਨੂੰ ਪਾ ਕੇ ਉਹ ਦਾਈ ਮਾਈ ਜਿਹੜੀ ਆਈ ਸੀ ਉਹ ਨਵਾ ਰਹੀ ਸੀ। ਤਾਂ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀ ਕਿ ਜਿਹੜੇ ਆਂਟੀ ਅੰਕਲ ਸੀ ਕਿ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਕਹਿੰਦੇ ਇਹ ਨਹੀਂ ਕਹਿਣਾ ਵੀ ਅਸੀਂ ਬੱਚੀ ਗੋਦ ਲਈਏ, ਨਹੀਂ ਤਾਂ ਉਹਨਾਂ ਨੇ ਐਕਸੈਪਟ ਨਹੀਂ ਕਰਨਾ ਬੱਚੀ ਨੂੰ।
ਤਾਂ ਉਹਨਾਂ ਨੇ ਕਿਹਾ ਕਿ ਬੱਚੀ ਦਾ ਜਨਮ ਹੋਇਆ ਪਰ ਦੱਸਿਆ ਤਾਂ ਨਹੀਂ ਸੀ ਵੀ ਉਹ ਨਾ ਹੋਏ 100 ਗੱਲਾਂ ਹੁੰਦੀਆਂ, ਕੁਝ ਹੋ ਜਾਏ। ਤਾਂ ਪੰਜੀਰੀ ਵਗੈਰਾ ਨਾਨਕੇ ਦਾਦਕੇ ਲੈ ਕੇ ਆਏ ਸਾਰਾ ਕੁਝ। ਉਹ ਬੱਚੀ ਨੇ ਐਜ਼ ਇਟ ਇਜ਼ ਮੇਰੇ ਗੁਨਾਹਾਂ ਦੇ ਫੁੱਲ ਦੇ ਵਿੱਚ ਆਪਣਾ ਉਹਨੇ ਪਾਤਰ ਨੇ ਰੂਪ ਧਾਰਿਆ। ਉਹ ਕਹਾਣੀ ਜਿਹੜੀ ਹੈ ਉਹਦੇ 'ਤੇ ਹੁਣ ਫਿਲਮ ਵੀ ਬਣ ਰਹੀ ਹੈ। ਉਹ ਬੱਚੀ ਵੱਡੀ ਹੋ ਕੇ ਜੱਜ ਬਣਦੀ ਹੈ, ਕਿਵੇਂ ਉਹ ਆਪਣੇ ਪਿਓ ਦਾ ਨਾਮ ਰੋਸ਼ਨ ਕਰਦੀ ਹੈ ਤੇ ਅੱਗੋਂ ਜਾ ਕੇ ਉਹ ਇੱਕ ਕੁੜੀ ਜਿਹੜੀ ਨਵੀਂ ਲੀਹ ਤੋਰਦੀ ਹੈ। ਆਪਾਂ ਕਹਿੰਦੇ ਹਾਂ ਕਿ ਵੰਸ਼ ਜਿਹੜਾ ਪੁੱਤਰਾਂ ਦੇ ਨਾਲ ਚੱਲਦਾ ਹੈ। ਮੇਰੀ ਇਹ ਧਾਰਨਾ ਹੈ ਕਿ ਵੰਸ਼ ਪੁੱਤਰਾਂ ਨਾਲ ਨਹੀਂ ਚੱਲਦਾ, ਵੰਸ਼ ਧੀਆਂ ਨਾਲ ਵੀ ਨਹੀਂ ਚੱਲਦਾ, ਵੰਸ਼ ਤਾਂ ਜਾਤ ਨਾਲ ਚੱਲਦਾ ਹੈ। ਵੰਸ਼ ਸਾਡੀ ਜਾਤ ਹੈ ਨਾ। ਹੁਣ ਮੇਰੀ ਜਿਹੜੀ ਮਿਸ਼ਟੀ ਹੈ, ਮੈਂ ਇਹਦੇ ਨਾਮ ਦੇ ਨਾਲ ਬਬੂਟਾ ਲਗਾ ਦਿੱਤਾ। ਜਦੋਂ ਇਹਦਾ ਵਿਆਹ ਹੋਏਗਾ, ਇਹਦੇ ਘਰ ਬੱਚੇ ਹੋਣਗੇ, ਕੀ ਫਰਕ ਪੈਂਦਾ ਹੈ? ਮੰਨ ਲਓ ਇਹ ਤੇ ਨਾ ਹਸਬੈਂਡ ਮੰਨ ਜਾਣ ਤਾਂ ਉਸ ਬੱਚੇ ਦਾ ਨਾਮ ਅੱਗੋਂ ਸਰਨੇਮ ਜਿਹੜਾ ਹੈ ਉਸ ਜਾਤ ਦਾ ਨਾਂ ਹੋ ਕੇ ਬਬੂਟਾ ਹੀ ਹੋ ਜਾਏ ਤਾਂ ਵੰਸ਼ਵੇਲ ਕਿਹਦੀ ਵਧੀ? ਫਿਰ ਉਹ ਬਬੂਟਾ ਹੀ ਵਧ ਰਹੀ ਹੈ ਨਾ। ਤਾਂ ਉਹ ਜਿਹੜੀ ਬੱਚੀ ਹੈ ਨਾ, ਮੈਂ ਇੱਕ ਬੇਦੀ ਕਾਸਟ ਦਿੱਤੀ, ਇੱਕ ਸੋਢੀ ਕਾਸਟ ਦਿੱਤੀ। ਉਹਦੀ ਦਾਦੀ ਹਮੇਸ਼ਾ ਕਹਿੰਦੀ ਰਹਿੰਦੀ ਹੈ, ਚਲੋ ਦੇਰ ਨਾਲ ਰੱਬ ਨੇ 12 ਵਰ੍ਹਿਆਂ ਬਾਅਦ ਰੂੜੀ ਦੀ ਸੁਣੀ ਸੀ, ਜੇ ਹਨੇਰੀ ਆਈ ਸੀ ਤਾਂ ਰੱਬ ਮੀਂਹ ਵੀ ਦੇ ਦਿੰਦਾ। ਤਾਂ ਉਹ ਕੁੜੀ ਕਹਿੰਦੀ ਹੈ ਜਦੋਂ ਉਹਦੇ ਘਰ ਮੁੰਡਾ ਹੁੰਦਾ, ਲੈ ਦਾਦੀ ਤੇਰੇ ਘਰ ਮੀਂਹ ਵੀ ਵਸ ਪਈ ਤੇ ਅੱਜ ਤੇਰੇ ਘਰ ਜਗਜੀਵਨ ਸੋਢੀ ਦਾ ਨਹੀਂ, ਜਗਜੀਵਨ ਬੇਦੀ ਦਾ ਜਨਮ ਹੋਇਆ। ਤਾਂ ਉਹ ਜਿਹੜੇ ਇੱਕ ਨਵੀਂ ਲੀਹ ਤੋਰਦੀ ਹੈ ਉਹ ਕਹਾਣੀ ਕਿਸੇ ਨੂੰ ਪਤਾ ਨਹੀਂ ਚੰਗੀ ਲੱਗੇ ਨਾ ਲੱਗੇ, ਪਰ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਅਸੀਂ ਇੰਨੇ ਜ਼ਿਆਦਾ ਟੈਬੂਜ਼ ਦੇ ਵਿੱਚ ਬੰਨ੍ਹਿਆ ਹੋਇਆ ਆਪਣੇ ਆਪ ਨੂੰ, ਅਸੀਂ ਬੜੇ ਸਾਰੇ ਟੈਬੂਜ਼ ਨੂੰ ਤੋੜ ਸਕਦੇ ਹਾਂ। ਅਸੀਂ ਵੰਸ਼ ਦੀ ਲੀਹ ਨੂੰ ਤੋੜ ਸਕਦੇ ਹਾਂ, ਅਸੀਂ ਧੀ ਪੁੱਤਰ ਦੇ ਫਰਕ ਨੂੰ ਮਿਟਾ ਸਕਦੇ ਹਾਂ। ਆਪਾਂ ਕਹਿੰਦੇ ਹਾਂ ਕਿ ਬੱਚਾ ਨਹੀਂ ਹੋਇਆ, ਬੱਚਿਆਂ ਦੀ ਪੈਦਾਇਸ਼ ਵਾਸਤੇ ਕੋਈ ਕਹਿੰਦੇ ਅਸੀਂ ਸਿਆਣਿਆਂ ਕੋਲ ਗਏ, ਬਾਬੇ ਨੇ ਜਿਹੜੀ ਸੀ ਉਹ ਕੁੱਖ ਹਰੀ ਕਰ ਦਿੱਤੀ। ਅਸੀਂ ਕਹਿੰਦੇ ਹਾਂ ਕਿ ਉਹਨੇ ਬੱਚਾ ਪੈਦਾ ਕਰਨਾ ਸੀ ਤਾਂ ਉਹ ਵਸਦੀ ਸੀ, ਉਹਨੇ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾ ਲਏ। ਹੁਣ ਜਿਹੜਾ ਅਸੀਂ ਕਹਿੰਦੇ ਹਾਂ ਚਲੋ ਜੀ ਟੈਸਟ ਟਿਊਬ ਬੇਬੀਜ਼ ਹੋ ਗਏ, ਫਿਰ ਹੋ ਗਿਆ ਚਲੋ ਜੀ ਸੋ ਹੁਣ ਸਾਇੰਟੀਫਿਕ ਤਰੀਕੇ ਚੱਲ ਪਏ। ਅਰੇ ਯਾਰ ਮਾਂ ਬਾਪ ਬਣਨਾ ਕੀ ਮੁਸ਼ਕਿਲ ਹੈ? ਦੁਨੀਆ ਦੇ ਵਿੱਚ ਬੇਸ਼ੁਮਾਰ ਅਣਗਿਣਤ ਐਸੇ ਬੱਚੇ ਨੇ ਜਿਨ੍ਹਾਂ ਨੂੰ ਮਾਂ ਬਾਪ ਦੀ ਜ਼ਰੂਰਤ ਹੈ ਕਿ ਅਸੀਂ ਉਹਨਾਂ ਨੂੰ ਅਡਾਪਟ ਕਰਕੇ ਕਿ ਮਾਂ ਬਾਪ ਨਹੀਂ ਬਣ ਸਕਦੇ। ਜਿਹੜੀਆਂ ਚੀਜ਼ਾਂ ਆਮ ਲੋਕਾਂ ਵਾਸਤੇ ਬੜੀਆਂ ਮੁਸ਼ਕਿਲ ਨੇ ਉਹ ਮੇਰੇ ਵਾਸਤੇ ਬੜੀਆਂ ਆਸਾਨ ਨੇ। ਜ਼ਿੰਦਗੀ ਤਾਂ ਬੜੀ ਆਸਾਨ ਤੇ ਬੜੀ ਸੋਹਣੀ ਹੈ, ਉਲਝਣਾ ਅਸੀਂ ਆਪ ਵਧਾਈਆਂ ਹੋਈਆਂ। ਇਹੀ ਮੇਰੀਆਂ ਕਹਾਣੀਆਂ ਕਹਿੰਦੀਆਂ, ਇਹੀ ਮੇਰੀਆਂ ਕਹਾਣੀਆਂ ਨੇ, ਇਹੀ ਮੇਰੀ ਕਹਾਣੀਆਂ ਦੇ ਪਾਤਰ ਨੇ। ਬਸ ਨਜ਼ਰ ਇਹਨਾਂ ਚੀਜ਼ਾਂ 'ਤੇ ਜਾਂਦੀ ਹੈ, ਥਾਟ ਚੱਲਦਾ ਹੈ, ਪਾਤਰ ਸਪੇਸ ਲੈਂਦੇ ਨੇ, ਫਿਰ ਪਾਤਰ ਮੈਨੂੰ ਜਕੜ ਲੈਂਦੇ ਨੇ, ਫਿਰ ਮੈਂ ਨਹੀਂ ਰਹਿੰਦੀ। ਉਸ ਟਾਈਮ ਮੈਂ ਦੀਪਤੀ ਬਬੂਟਾ ਨਹੀਂ ਹੁੰਦੀ, ਮੈਂ ਕਦੀ ਮੇਰੀ ਦੀਪਾਲੀ ਬਣ ਜਾਣੀ ਆ ਸਰਦਲ ਦੀ, ਕਦੀ ਮੈਂ ਤੇਰੇ ਬਗੈਰ ਦੀ ਮੁੱਖ ਪਾਤਰ ਬਣ ਜਾਂਦੀ ਹਾਂ, ਕਦੀ ਮੈਂ ਵੀਰਪਾਲ ਬਣ ਜਾਂਦੀ ਹਾਂ। ਮੇਰੇ ਪਾਤਰਾਂ ਦੇ ਜਿਹੜੇ ਨੇ ਮੇਲ ਪਰਸਨ ਆਮ ਤੌਰ 'ਤੇ ਨਾ ਮੇਰੇ ਫੀਮੇਲਸ ਉਨੀਆਂ ਕਲੋਜ਼ ਨਹੀਂ ਰਹਿੰਦੀਆਂ ਜਿੰਨੀਆਂ ਮੇਲਸ ਮੇਰੇ ਕਲੋਜ਼ ਰਹਿੰਦੇ ਆ। ਔਰ ਮੈਂ ਉਹਨਾਂ ਦੇ ਮੇਲ ਦੇ ਕਰੈਕਟਰ ਐਵੇਂ ਨਿਭਾ ਜਾਂਦੀ ਹਾਂ, ਮੈਨੂੰ ਲੱਗਦਾ ਕਿ ਮੈਂ ਤਾਂ ਔਰਤ ਹੈ ਹੀ ਨਹੀਂ। ਔਰ ਇਹ ਪੱਕੀ ਗੱਲ ਹੈ ਕਿ ਜਿਹੜਾ ਰਾਈਟਰ ਹੈ ਨਾ ਉਹ ਮੇਲ ਜਾਂ ਫੀਮੇਲ ਦੀ ਬੰਦਿਸ਼ ਵਿੱਚ ਹੈ ਹੀ ਨਹੀਂ ਹੈ। ਔਰ ਮੈਂ ਇਹ ਗੱਲ ਕਦੀ ਵੀ ਸਿੱਖ ਨਾ ਪਾਉਂਦੀ ਜੇ ਤਾਰਾ ਸਿੰਘ ਆਲਮ UK ਵਿੱਚ ਰਹਿੰਦੇ ਨੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਐਵਰੀ ਸੰਡੇ ਇੱਕ ਮੀਟਿੰਗ ਹੋਇਆ ਕਰਦੀ ਸੀ ਚੰਡੀਗੜ੍ਹ ਰਾਈਟਰਸ ਐਸੋਸੀਏਸ਼ਨ ਦੀ। ਉਹਨਾਂ ਨੇ ਮੈਨੂੰ ਇਨਵਾਈਟ ਕਰਨਾ ਤੇ ਉੱਥੇ ਡਾਕਟਰ ਤਾਰਾ ਸਿੰਘ ਆਲਮ ਆਏ। ਮੈਨੂੰ ਉਹਨਾਂ ਦੀ ਗੱਲਾਂ ਬੜੀਆਂ ਚੰਗੀਆਂ ਲੱਗੀਆਂ। ਤਾਂ ਉਹਨਾਂ ਨੇ ਮੇਰੀਆਂ ਕਹਾਣੀਆਂ, ਕੁਝ ਤੇਰੀਆਂ ਕੁਝ ਮੇਰੀਆਂ, ਪਹਿਲੀ ਕਿਤਾਬ ਜਿਹੜੀ ਆਈ ਉਹਦੀਆਂ ਕਹਾਣੀਆਂ ਪੜ੍ਹੀਆਂ ਤੇ ਪੜ੍ਹਨ ਤੋਂ ਬਾਅਦ ਨਾ ਉਹਨਾਂ ਨੇ ਕਨਕਲੂਜਨ ਦਿੱਤਾ। ਕਹਿੰਦੇ ਬੇਟੇ ਜਦੋਂ ਤੂੰ ਕਹਾਣੀ ਲਿਖਦੀ ਹੈ ਤਾਂ ਲਿਖਦੇ ਨਾ ਝਾਕਾ ਖਾ ਜਾਂਦੀ ਹੈ। ਤੇਰੇ ਦਿਮਾਗ ਵਿੱਚ ਇੱਕ ਗੱਲ ਆ ਜਾਂਦੀ ਹੈ ਨਾ, ਮੈਂ ਤਾਂ ਔਰਤ ਹਾਂ ਤੇ ਜਦੋਂ ਕਹਾਣੀ ਪੜ੍ਹਨਗੇ ਤਾਂ ਕਿ ਮੇਰੇ ਬਾਰੇ ਕੀ ਸੋਚਣਗੇ। ਜੇ ਤਾਂ ਤੂੰ ਔਰਤ ਹੀ ਬਣੇ ਰਹਿਣਾ ਤੇ ਤੂੰ ਕਹਾਣੀ ਲਿਖਣੀ ਬੰਦ ਕਰ ਦੇ, ਤੇ ਜੇ ਤੂੰ ਕਹਾਣੀ ਲਿਖਣਾ ਜਾਰੀ ਰੱਖਣਾ ਤੇ ਔਰਤ ਦੀ ਵਲਗਨ ਚੋਂ ਬਾਹਰ ਨਿਕਲ ਜਾ। ਵਾਕਿਆ ਹੀ ਮੈਂ ਉਹਨਾਂ ਦੀ ਗੱਲ ਨੂੰ ਪੱਲੇ ਬੰਨਿਆ ਔਰ ਮੈਂ ਇਸ ਵਲਗਨ ਚੋਂ ਬਾਹਰ ਨਿਕਲੀ ਔਰ ਡਾਂਸ ਫਲੋਰ ਤੇ ਬਦਨਾਮ ਬਸਤੀ ਦਾ ਜਨਮ ਹੋਇਆ। ਅਦਰਵਾਈਜ਼ ਮੈਂ ਕਦੇ ਵੀ ਬਦਨਾਮ ਬਸਤੀ ਔਰ ਡਾਂਸ ਫਲੋਰ ਵਰਗੀਆਂ ਕਹਾਣੀਆਂ ਨਾ ਲਿਖ ਪਾਉਂਦੀ। ਬੇਸਿਕਲੀ ਮੈਂ ਗ੍ਰੈਜੂਏਸ਼ਨ ਕੀਤੀ ਜਲਾਲਾਬਾਦ ਤੋਂ ਹੀ, ਜਨਤਾ ਨੈਸ਼ਨਲ ਕਾਲਜ ਤੋਂ। B.Ed ਕਰ ਰਹੀ ਸੀ, ਮੇਰਾ ਵਿਆਹ ਹੋ ਗਿਆ, ਕੋਰਸਪੋਂਡੈਂਸ ਕਰ ਰਹੀ ਸੀ। ਹੁਣ ਮੈਂ ਇਸ ਟਾਈਮ ਐਟ ਪ੍ਰੈਜ਼ੈਂਟ ਮੈਂ ਜੌਬ 'ਚ ਨਹੀਂ ਹਾਂ ਮੇਰੀ ਬੇਟੀ ਦੇ ਕਰਕੇ, ਲੇਕਿਨ ਮੇਰੀਆਂ 2 ਟਰਮਸ ਅਜੇ ਡਿਊ ਪਈਆਂ। ਲੇਟਰ ਔਨ ਆਈ ਵਿਲ, ਅਗਰ ਕੁਦਰਤ ਨੇ ਚਾਹਿਆ ਤਾਂ ਮੈਂ ਰੀਜੁਆਇਨ ਫਿਰ ਕਰਾਂਗੀ ਕਿਉਂਕਿ ਮੇਰੀਆਂ ਪੈਂਡਿੰਗ ਪਈਆਂ ਹੋਈਆਂ।
ਪਹਿਲੇ ਗ੍ਰੈਜੂਏਸ਼ਨ ਕੀਤੀ ਸੀ, ਬੀਐਡ ਬਾਅਦ ਚੋਂ ਕੀਤੀ, ਤਾਂ ਉਸ ਤੋਂ ਬਾਅਦ ਮੈਂ ਐਮਏ ਹਿਸਟਰੀ ਕੀਤੀ। ਬੇਟੀ ਦਾ ਜਨਮ ਹੋ ਗਿਆ, ਬੇਟਾ ਹੋਣ ਵਾਲਾ ਸੀ, ਤਾਂ ਐਮਏ ਸੈਕੰਡ ਈਅਰ ਦੇ ਉਦੋਂ ਮੇਰੇ ਪੇਪਰ ਚੱਲ ਰਹੇ ਸੀ। ਐਮਏ ਕਰ ਲਈ, ਬੀਐਡ ਕਰ ਲਈ, ਗਵਰਨਮੈਂਟ ਜੌਬ 'ਚ ਮੇਰੀ ਸਿਲੈਕਸ਼ਨ ਹੋ ਗਈ। ਲੇਕਿਨ ਮੇਰੇ ਹਸਬੈਂਡ ਨੂੰ ਇਹੀ ਸੀ ਕਿ ਰੋਕ ਟੋਕ ਨਹੀਂ ਸੀ, ਪਰ ਉਹਨਾਂ ਨੂੰ ਇਹ ਸੀ ਕਿ ਤੂੰ ਜੋ ਕਰਨਾ ਚਾਹੁੰਦੀ ਹੈ ਕਰ, ਲੇਕਿਨ ਬੱਚਿਆਂ ਨੂੰ ਮਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ, ਅਤੇ ਆਪਣੇ ਕੋਲ ਈਸ਼ਵਰ ਦਾ ਦਿੱਤਾ ਬਹੁਤ ਕੁਛ ਹੈ। ਹਸਬੈਂਡ ਦੀ ਜੌਬ ਵੀ ਅੱਛੀ ਸੀ, ਘਰ ਤੋਂ ਮੇਰੇ ਇਨ-ਲॉज ਅੱਪਰ ਕਲਾਸ ਨਹੀਂ ਤਾਂ ਅੱਪਰ ਮਿਡਲ ਕਲਾਸ ਦੇ ਵਿੱਚ ਉਦੋਂ ਵੀ ਆਉਂਦੇ ਸੀ। ਰੱਬ ਦੀ ਦਇਆ ਨਾਲ ਕਿਸੇ ਵੀ ਚੀਜ਼ ਦੀ ਕੋਈ ਕਮੀ ਘਰ ਵਿੱਚ ਨਹੀਂ ਹੈ। ਤਾਂ ਉਹ ਕਹਿੰਦੇ ਤੇਰੇ 'ਤੇ ਕੋਈ ਬੰਦਿਸ਼ ਨਹੀਂ, ਤੂੰ ਪੜ੍ਹ ਜਿੰਨਾ ਮਰਜ਼ੀ, ਪਰ ਜੇ ਤੂੰ ਜੌਬ ਜੁਆਇਨ ਕਰ ਲੇਂਗੀ ਤਾਂ ਉਹਦੇ ਨਾਲ ਚੰਗਾ ਕਿ ਤੂੰ ਅੱਗੋਂ ਕੁਛ ਤਿਆਰੀ ਕਰ। ਤਾਂ ਮੈਂ UPSC ਦੀ ਤਿਆਰੀ ਕੀਤੀ, ਮੇਰਾ ਪ੍ਰੀਲਿਮ ਕਲੀਅਰ ਹੋ ਗਿਆ। ਮੇਨਸ ਦਾ ਜਦੋਂ ਸੀ ਮੇਰਾ, ਤਾਂ ਮੇਰਾ ਬੇਟਾ ਬਹੁਤ ਜ਼ਿਆਦਾ ਬਿਮਾਰ ਸੀ, ਅਤੇ ਸ਼ਾਇਦ ਜਾਂ ਤਾਂ ਮੇਰੀ ਕਿਸਮਤ ਵਿੱਚ ਨਹੀਂ ਸੀ। ਆਪਾਂ ਬਾਅਦ 'ਚ ਭਾਂਡਾ ਠੀਕਰਾ ਜਿਹੜਾ ਕਿਸਮਤ 'ਤੇ ਫੋੜਦੇ ਹਾਂ, ਲੇਕਿਨ ਨਹੀਂ, ਉਸ ਤੋਂ ਬਾਅਦ ਮੈਂ ਆਪਣੇ ਬੱਚੇ ਵੱਲ ਹੀ ਇੰਨਾ ਜ਼ਿਆਦਾ ਹੋ ਗਈ ਬੱਚਿਆਂ ਵੱਲ ਕਿ ਮੈਂ ਉਧਰ ਧਿਆਨ ਛੱਡ ਦਿੱਤਾ, ਪਰ ਮੈਂ ਪੜ੍ਹਨਾ ਨਹੀਂ ਛੱਡਿਆ, ਮੇਰੀ ਸਟੱਡੀ ਜਾਰੀ ਰਹੀ। ਲੱਗਦਾ ਵੀ ਤੁਹਾਡੀ ਜਿਹੜੀ ਰੋਟੀ ਦਾ ਮਸਲਾ, ਰਸੋਈ ਆ, ਜੋ ਔਰਤ ਨੂੰ ਇਹ ਜਿਹੜੇ ਵਲੇਵੇਂ ਆ, ਇਹ ਉਹਦੀ ਸਿਰਜਣਾ ਨੂੰ ਘਾਤਕ ਹੈ ਜਾਂ ਉਹਨੂੰ ਰੋਕਦੇ ਆ, ਜਾਂ ਉਹਦਾ ਜਿਹੜਾ ਨਹੀਂ। ਮੈਨੂੰ ਲੱਗਦਾ ਹੈ ਕਿ ਰੁਕਾਵਟ ਦੇ ਉੱਪਰ ਹੀ ਪੁਲ ਬਣਦੇ ਨੇ। ਜੇ ਰੁਕਾਵਟ ਨਹੀਂ ਹੋਏਗੀ ਤਾਂ ਹੜ੍ਹ ਕਦੀ ਨਹੀਂ ਆਉਣਗੇ। ਜਦੋਂ ਬੰਦ ਲੱਗਦੇ ਆ ਨਾ, ਅਤੇ ਉਸ ਤੋਂ ਬਾਅਦ ਪਾਣੀ ਜਦੋਂ ਪੁਲ ਤੋਂ ਓਵਰਫਲੋ ਹੋ ਕੇ ਵਗਦਾ ਹੈ ਨਾ, ਅਤੇ ਉਸ ਤੋਂ ਬਾਅਦ ਜਿਹੜੇ ਸ਼ਰਾਟੇ ਪੈਂਦੇ ਆ, ਮੈਨੂੰ ਲੱਗਦਾ ਮੇਰੇ ਨਾਲ ਉਹ ਹੋਇਆ। ਮੈਂ ਕਾਲਜ ਟਾਈਮ 'ਤੇ ਲਿਖਦੀ ਸੀ, 95 ਦੇ ਵਿੱਚ ਮੇਰੀ ਮੈਰਿਜ ਹੋ ਗਈ। ਪੜ੍ਹਦੇ ਪੜ੍ਹਦੇ ਮੇਰਾ ਲਿਖਣਾ ਸਭ ਕੁਝ ਬੰਦ ਹੋ ਗਿਆ, ਪੜ੍ਹਦੀ ਮੈਂ ਰਹੀ। ਆਫਟਰ ਦੈਟ ਮੈਂ ਐਜ਼ ਅ ਜਰਨਲਿਸਟ ਜੁਆਇਨ ਕੀਤਾ ਭਾਸਕਰ ਨੂੰ, ਫਿਰ ਮੈਂ ਜਾਗਰਣ ਵਿੱਚ ਆਈ, ਪੰਜਾਬ ਕੇਸਰੀ ਜਗਬਾਣੀ ਲਈ ਕੰਮ ਕੀਤਾ, ਨਵਾਂ ਜ਼ਮਾਨਾ ਲਈ ਕੰਮ ਕੀਤਾ, ਦੇਸ਼ ਸੇਵਕ ਲਈ ਕੰਮ ਕੀਤਾ, ਬਹੁਤ ਸਾਰੇ ਚੈਨਲਸ ਵਾਸਤੇ ਕੰਮ ਕੀਤਾ। ਫਿਰ ਮੈਂ DAV ਕਾਲਜ ਵਿੱਚ ਐਜ਼ ਅ ਲੈਕਚਰਰ ਰਹੀ ਹਿਸਟਰੀ ਦੀ, ਜਲਾਲਾਬਾਦ ਦੇ ਵਿੱਚ HOD ਸੀ ਉੱਥੇ। ਆਫਟਰ ਦੈਟ ਮੈਂ ਜਦੋਂ ਮੋਹਾਲੀ ਸ਼ਿਫਟ ਹੋਈ 2012 ਦੇ ਵਿੱਚ, ਤਾਂ ਮੈਂ ਸੰਤੇਸ਼ਰ ਵਿੱਚ ਐਜ਼ ਅ ਪ੍ਰਿੰਸੀਪਲ ਰਹੀ। ਡਿਊਰਿੰਗ ਦੈਟ ਪੀਰੀਅਡ ਮੇਰੀ ਜੁਡੀਸ਼ਰੀ ਵਿੱਚ ਸਿਲੈਕਸ਼ਨ ਹੋ ਗਈ। ਤਾਂ ਮੇਰੇ ਫਾਦਰ ਇਨ ਲਾ ਬਹੁਤ ਹੀ ਅੱਛੇ, ਫਾਦਰ ਇਨ ਲਾ ਨੇ, ਉਹਨਾਂ ਨੂੰ ਮੈਨੂੰ ਫਾਦਰ ਹੀ ਕਹਿਣਾ ਚਾਹੀਦਾ। ਤਾਂ ਉਹਨਾਂ ਨੇ ਮੇਰੇ ਹਸਬੈਂਡ ਨੂੰ ਕਿਹਾ ਕਿ ਬਬਲੂ, ਹੁਣ ਤਾਂ ਬੱਚੇ ਵੱਡੇ ਹੋ ਗਏ ਹੈ, ਨਹੀਂ ਜੌਬ ਕਰ ਪਾਏਗੀ ਤਾਂ ਆਪਾਂ ਬਾਅਦ 'ਚ ਛੱਡ ਵੀ ਸਕਦੇ ਹਾਂ, ਤੂੰ ਕੁੜੀ ਨੂੰ ਜੁਆਇਨ ਕਰਨ ਦੇ, ਇੱਕ ਵਾਰੀ ਲਾਈਫ ਦਾ ਵੀ ਇੱਕ ਐਕਸਪੀਰੀਅੰਸ ਹੁੰਦਾ। ਪਾਪਾ ਮੇਰੇ ਨਾਲ ਗਏ, ਮੈਨੂੰ ਜੁਆਇਨ ਕਰਵਾਇਆ ਮੋਗਾ, ਔਰ ਉਸ 2012 ਦੇ ਵਿੱਚ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਦੁਬਾਰਾ। 95 ਦਾ ਲਿਖਣਾ ਛੱਡਿਆ ਹੋਇਆ, ਮੈਂ 2012 ਦੇ ਵਿੱਚ ਦੁਬਾਰਾ ਰਾਈਟਿੰਗ ਦੇ ਫੀਲਡ ਵਿੱਚ ਆਈ, ਔਰ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਦੀ ਕਹਾਣੀਕਾਰ ਬਣ ਜਾਵਾਂਗੀ। ਮੈਂ ਜਿਵੇਂ ਮੈਨੂੰ ਸਿਲਾਈ ਦਾ ਸ਼ੌਂਕ ਸੀ, ਕੁਕਿੰਗ ਦਾ ਵੀ ਸੀ, ਪਰ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਨਾ ਸਿਰਫ ਰਸੋਈ ਵਾਸਤੇ ਤਾਂ ਨਹੀਂ ਬਣੀ, ਮੈਂ ਬਣੀ ਕਿਸੇ ਹੋਰ ਕੰਮ ਵਾਸਤੇ ਹਾਂ, ਪਰ ਮੈਂ ਕਰੀ ਕੁਝ ਹੋਰ ਜਾ ਰਹੀ ਹਾਂ। ਜਦੋਂ ਤੋਂ ਮੈਂ ਰਾਈਟਿੰਗ ਦੇ ਫੀਲਡ ਵਿੱਚ ਆਈ ਤਾਂ ਮੈਨੂੰ ਲੱਗਿਆ ਕਿ ਮੈਂ ਇਸ ਮਕਸਦ ਵਾਸਤੇ ਹੀ ਪੈਦਾ ਹੋਈ ਸੀ, ਕਿਉਂਕਿ ਨਾ ਮੇਰੇ ਪਾਪਾ ਵੀ ਲਿਖਦੇ ਸੀ, ਉਹਨਾਂ ਨੇ ਡਾਇਰੀ ਲਿਖੀ ਹੋਈ ਅੱਜ ਤੱਕ ਮੇਰੇ ਕੋਲ ਪਈ ਹੈ। ਜੇ ਉਹਨਾਂ ਨੂੰ ਘਰ ਦੀਆਂ ਮਜਬੂਰੀਆਂ ਨਾ ਮਾਰਦੀਆਂ ਤਾਂ ਸ਼ਾਇਦ ਅੱਜ ਔਲਖ ਸਾਹਿਬ ਹਰਾਂ ਦੇ ਨਾਲ ਮੇਰੇ ਫਾਦਰ ਦਾ ਨਾਮ ਵੀ ਹੁੰਦਾ, ਪਰ ਨਹੀਂ, ਉਹਨਾਂ ਨੇ ਸਾਨੂੰ ਬਣਾਇਆ, ਸਾਡੇ ਨਾਲ ਅਸੀਂ ਉਹ ਕੰਮ ਕਰੀਏ ਕਿ ਸਾਡੇ ਨਾਮ ਦੇ ਵਿੱਚੋਂ ਮੇਰੇ ਫਾਦਰ ਦਾ ਨਾਮ ਵੱਡਾ ਹੋ ਕੇ ਆਏ। ਅਤੇ ਮੈਨੂੰ ਲੱਗਦਾ ਹੈ ਇਹ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ ਨਾ। ਤਾਂ ਸਾਨੂੰ ਚੰਗੇ ਮਾਂ ਬਾਪ ਮਿਲੇ, ਚੰਗਾ ਜੀਵਨ ਸਾਥੀ ਮਿਲਿਆ। ਜੀ ਸਰ। ਯੈਸ, ਬਿਲਕੁਲ ਬਿਲਕੁਲ, ਹਾਂਜੀ। ਮੇਰੇ ਪਾਪਾ ਇੱਕ ਗੱਲ ਕਿਹਾ ਕਰਦੇ ਸੀ, ਉਹ ਕਹਿੰਦੇ ਬੇਟੇ ਜੇ ਰੋਟੀ ਬਣਾਉਣ ਨੂੰ ਦਿਲ ਕਰੇ ਨਾ ਉਦੋਂ ਹੀ ਬਣਾਉਣਾ, ਨਹੀਂ ਤਾਂ ਨਾ ਬਣਾਓ, ਬਜ਼ਾਰੋਂ ਬੜਾ ਕੁਝ ਖਾਣ ਲਈ ਮਿਲਦਾ ਹੈ। ਔਰ ਦੂਸਰੇ ਨੰਬਰ 'ਤੇ ਜਦੋਂ ਕੋਈ ਚੀਜ਼ ਬਣਾਓ ਦਿਖਣ 'ਚ ਜ਼ਰੂਰ ਸੋਹਣੀ ਹੋਣੀ ਚਾਹੀਦੀ ਹੈ, ਉਹ ਜਿਹਨੂੰ ਅੱਖਾਂ ਨਹੀਂ ਖਾਣਦੀਆਂ ਉਹਨੂੰ ਢਿੱਡ ਕਿੱਥੋਂ ਖਾ ਲੂਗਾ। ਨਹੀਂ, ਪਰ ਇਹ ਬਣੀਆਂ ਬਣਾਈਆਂ ਗੱਲਾਂ ਨੇ ਡਾਕਟਰ ਸਾਹਿਬ, ਜੇ ਮੈਂ ਚੰਗੀ ਕੁੱਕ ਨਹੀਂ ਦਾ ਮਤਲਬ ਇਹ ਨਹੀਂ ਮੈਨੂੰ ਲਿਖਣਾ ਨਹੀਂ ਆਉਂਦਾ। ਮੈਂ ਇਸ ਗੱਲ ਦੇ ਹੱਕ 'ਚ, ਉਹ ਕਹਿੰਦੇ ਹਾਂਜੀ, ਨਹੀਂ ਇਹਦਾ ਜਵਾਬ ਜੋ ਵੀ ਆਪਾਂ ਕੰਮ ਕਰਨੇ ਨਾ, ਰਸੋਈ ਦਾ ਯੂ ਗਿਵ ਯੂਰ 100%। ਦਾ ਮਸਲਾ ਇੱਕ ਮਿੰਟ ਮੈਂ ਦੱਸਦੀ ਹਾਂ, ਗੱਲ ਇਹ ਨਹੀਂ ਹੈ, ਮਤਲਬ ਔਰਤ ਦੇ ਨਾਲ ਹੀ ਇਦਾਂ ਬੰਦ ਸੰਕਟ ਪਾ ਦਿੱਤੇ ਗਏ। ਹਾਂਜੀ, ਸੰਕਟ ਪਾਏ ਹੋਏ। ਤੁਸੀਂ ਬਹੁਤ ਸਿੱਧੀ ਗੱਲ। ਦੋ ਸਵਾਲ ਕਰੀਏ। ਮੇਰਾ ਸੀਗਾ ਕਿ ਪੈਸ਼ਨ ਜਿਹੜਾ ਹੈ ਜੀ,
ਮੇਰੇ ਕੋਲ ਜਵਾਬ ਹੈ ਇਸ ਦਾ, ਖਾਣੇ ਦੀ ਮਸਲਾ ਨਹੀਂ, ਮੇਰੇ ਕੋਲ ਇਸ ਦਾ ਜਵਾਬ ਹੈ। ਲਾਈਕ ਮੈਡੀਟੇਸ਼ਨ। ਹਾਂਜੀ ਬਿਲਕੁਲ, ਕੋਈ ਵੀ ਕੰਮ ਕਰਦੇ ਪਏ ਕਦੀ ਗੱਲ ਨਹੀਂ ਯੈਸ ਯੈਸ। ਮੈਂ ਇਸੇ ਦਾ ਜਵਾਬ ਆਪਣੇ ਪਾਪਾ ਦੀ ਗੱਲ ਦੇ ਮੈਂ ਤੁਹਾਨੂੰ ਉਹਨਾਂ ਦੀ ਜਵਾਬ ਦੇ ਨਾਲ ਮੈਂ ਦਾ ਜਵਾਬ ਦੇਣ ਵਾਲੀ ਸੀ, ਹੈ ਨਾ, ਕਿ ਉਹ ਕਹਿੰਦੇ ਕਿ ਬੇਟੇ ਜਦੋਂ ਤੁਹਾਨੂੰ ਲੱਗੇ ਕਿ ਹੁਣ ਮੇਰਾ ਅੱਜ ਖਾਣਾ ਬਣਾਉਣ ਨੂੰ ਦਿਲ ਕਰ ਰਿਹਾ ਹੈ, ਉਦੋਂ ਬਣਾਉਣਾ। ਅੱਗੇ ਪਿੱਛੇ ਸਾਡੇ ਦਿਮਾਗ 'ਚ ਚੱਲਦਾ ਹੀ ਹੈ ਨਾ, ਮੰਨ ਲਓ ਮੇਰੇ ਮਨ 'ਚ ਆ ਗਿਆ ਕਿ ਅੱਜ ਮੈਂ ਆਲੂ ਗੋਭੀ ਹੀ ਬਣਾਉਣੀ ਹੈ। ਦੇਖੋ ਮੈਂ ਉਹਦੇ 'ਚ ਨਾ ਕੋਈ ਪਿਆਜ਼ ਪਾਏ, ਨਾ ਜੀਰਾ ਪਾਇਆ, ਅਦਰਕ ਲਸਣ ਮਿਰਚ ਕੁਝ ਵੀ ਨਹੀਂ ਪਾਇਆ, ਬਿਨਾਂ ਮਸਾਲਿਆਂ ਤੋਂ ਵੀ ਚੰਗੀ ਚੀਜ਼ ਬਣ ਸਕਦੀ ਹੈ ਨਾ। ਤੇ ਜੇ ਇੱਕ ਕਹਾਣੀ ਵੀ ਬਿਨਾਂ ਮਸਾਲੇ ਤੋਂ, ਉਹ ਕਹਿੰਦੇ ਕਿ ਇੱਕ ਸਧਾਰਨ ਰਚਨਾ ਕਰਨੀ ਜ਼ਿਆਦਾ ਔਖੀ ਹੈ ਜਿਹੜੀ ਤੁਸੀਂ, ਹਾਂ ਜਦੋਂ ਤੁਸੀਂ ਜ਼ਿਆਦਾ ਮਸਾਲੇ ਪਾ ਕੇ ਕਈ ਵਾਰ ਚੀਜ਼ ਬਣਾਉਂਦੇ ਹੋ ਨਾ, ਤੇ ਉਹ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਨਹੀਂ ਕਰਦਾ ਨਾ ਬਣਾਓ, ਬਾਜ਼ਾਰੋਂ ਬੜਾ ਕੁਝ ਮਿਲ ਜਾਂਦਾ ਹੈ, ਉਦੋਂ ਚੰਗਾ ਪੜੋ, ਉਦੋਂ ਚੰਗਾ ਪੜੋ ਤੁਸੀਂ, ਹੈ ਨਾ, ਰੈਡੀਮੇਡ। ਹਾਂਜੀ ਕੁਕਿੰਗ ਜਾਣਦੇ ਹੀ ਨਹੀਂਗੇ। ਨਹੀਂ, ਪੈਸ਼ਨ ਪੈਸ਼ਨ ਪੈਸ਼ਨ, ਹਾਂਜੀ ਹਾਂਜੀ ਕੋਈ ਵੀ ਕੰਮ ਜਿਹੜਾ ਹੈ ਪੈਸ਼ਨ ਦੇ ਨਾਲ ਹੀ ਪੈਸ਼ਨ। ਉਹ ਜੋ ਵੀ ਕੰਮ ਕਰੋ ਨਾ, ਗਿਵ ਯੂ 100% ਫॉर दैट। ਹਾਂ ਹਾਂਜੀ, ਇਹ ਟਾਈਮ ਦੱਸੇਗਾ। ਹਾਂਜੀ ਇਹ ਨਾ, ਜੀ ਜੀ ਬਿਲਕੁਲ ਬਿਲकुल। ਪੈਸ਼ਨ ਤਾਂ ਹਰ ਚੀਜ਼ ਲਈ, ਹਾਂ ਯੂ ਨੀਡ ਪੈਸ਼ਨ ਫॉर ਕੁਕਿੰਗ। ਯੈਸ, ਜ਼ਿੰਦਗੀ ਕਿਤੇ ਵੀ ਨਹੀਂ ਹੋਏਗਾ ਵੀ ਜੋ ਵੀ ਤੁਸੀਂ ਕੰਮ ਕਰਨੇ ਨੂੰ ਉਹਨੂੰ ਆਨੰਦ ਲੈ ਕੇ ਕਰੋ। ਜੇ ਤੁਹਾਨੂੰ ਕੰਮ ਦੇ ਵਿੱਚ ਆਨੰਦ ਨਹੀਂ ਨਾ ਆ ਰਿਹਾ ਤੇ ਉਹ ਕੰਮ ਤੁਹਾਨੂੰ ਸੈਟੀਸਫੈਕਸ਼ਨ ਜੇ ਨਹੀਂ ਦੇ ਰਿਹਾ ਤਾਂ ਕਿਸੇ ਨੂੰ ਕਿਤੋਂ ਦੇ ਦੂਗਾ। ਸੋ ਉਹ ਤੁਸੀਂ ਫਿਰ ਉਹੀ ਹੋ, ਫਿਰ ਤੁਸੀਂ ਸਾਹਿਤ ਦੇ ਉੱਪਰ ਬਰਡਨ ਹੋ। ਇਹੋ ਜਿਹਾ ਸਾਹਿਤ ਨਹੀਂ ਰਚਣਾ ਚਾਹੀਦਾ। ਉਹਦੇ ਨਾਲ ਚੰਗਾ ਕਿ ਤੁਸੀਂ ਉਹਨੂੰ ਪੜ੍ਹੋ, ਚੰਗਾ ਪੜ੍ਹੋ। ਚੰਗਾ ਪੜ੍ਹਨ ਲਈ ਮੈਂ ਇੱਕ ਗੱਲ ਹੋਰ ਕਰਦੀ ਹਾਂ ਹਮੇਸ਼ਾ ਨਾ, ਧਰਤੀ ਹੋਰ ਪਰੇ ਹੋਰ ਇਹ ਸੱਚੀ ਮੁੱਚੀ ਆਪਾਂ ਵੀ ਇੱਕ ਦਿਨ ਮਰ ਜਾਣਾ। ਇਸ ਧਰਤੀ ਦੇ ਉੱਪਰ ਸਾਡੀ ਸਤਹ ਦੇ ਥੱਲੇ ਕਿੰਨੀਆਂ ਸਤਹਾਂ ਹੋਰ ਪਈਆਂ, ਖੋਜ ਹੋ ਰਹੀ ਹੈ ਨਾ, ਕਿ ਇਹ ਜਿਹੜੀ ਧਰਤੀ ਸੀ ਉਹ 50,000 ਵਰ੍ਹੇ ਪੁਰਾਣੀ ਸੀ। ਉਦੋਂ ਦੇ ਲੋਕ ਐਵੇਂ ਕੰਮ ਕਰਦੇ ਸੀ। ਸਾਡੀਆਂ ਰਚਨਾਵਾਂ, ਸਾਡੀਆਂ ਕਿਰਤਾਂ, ਸਾਡੇ ਕੰਕਾਲ, ਸਾਡਾ ਤਾਂ ਪਹਿਲੀ ਗੱਲ ਰਾਖ ਹੋ ਕੇ ਅਸੀਂ ਤਾਂ ਗੰਗਾ ਵਿੱਚ ਜਾਂ ਕੀਰਤਪੁਰ ਸਾਹਿਬ ਸਾਡੀਆਂ ਤੁਹਾਡੀਆਂ ਨੇ ਵੀ ਵਹਿ ਜਾਣਾ, ਸਾਡੀਆਂ ਤਾਂ ਉਹ ਵੀ ਨਹੀਂ ਬਚਣੀਆਂ, ਹੈ ਨਾ। ਤਾਂ ਜਿਹੜੇ ਮਮੀਜ਼ ਹਜੇ ਪਈਆਂ ਹੋਈਆਂ ਉਹਨਾਂ ਦੇ ਉੱਪਰੋਂ ਖੋਜ ਹੋ ਕੇ ਪਤਾ ਲੱਗ ਰਿਹਾ ਵੀ ਇੰਨੇ ਹਜ਼ਾਰਾਂ ਸਾਲ ਪੁਰਾਣੀ ਸੀ, ਉਦੋਂ ਇਹ ਗਹਿਣੇ ਪਾਏ ਜਾਂਦੇ ਸੀ, ਇਹ ਸਾਰਾ ਕੁਝ ਸੀ। ਸਾਡਾ ਕਿਵੇਂ ਪਤਾ ਚੱਲੇਗਾ? ਠੀਕ ਹੈ, ਤਾਂ ਜਿਹੜਾ ਕੁਝ ਬਚਿਆ ਰਹਿ ਜਾਏਗਾ, ਬਾਬੇ ਦੀ ਬਾਣੀ ਬਚੀ ਰਹਿ ਜਾਏਗੀ, ਸਾਹਿਤਕਾਰਾਂ ਦੇ ਵਿੱਚੋਂ ਸ਼ਿਵ ਬਟਾਲੀ ਵੀ ਬਚਿਆ ਰਹਿ ਜਾਏਗਾ। ਆਪਾਂ ਪੰਜਾਬੀ ਸਾਹਿਤ ਦੀ ਗੱਲ ਕਰ ਰਹੇ ਹਾਂ, ਭਾਈ ਵੀਰ ਸਿੰਘ ਬਚਿਆ ਰਹਿ ਜਾਏਗਾ, ਸ਼ਿਵ ਬਟਾਲੀ ਬਚਿਆ, ਅੰਮ੍ਰਿਤਾ ਪ੍ਰੀਤਮ ਬਚੀ ਰਹਿ ਜਾਏਗੀ। ਤੇ ਜੇ ਅਸੀਂ ਸਾਡੇ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਅਸੀਂ ਅਜੇ ਸਾਰੇ ਜਣੇ ਨਾ ਪਾਣੀ ਉੱਤੇ ਤਰਦੇ ਕੱਖ ਹਾਂ। ਸਾਨੂੰ ਤਿੜਾਂ ਨੂੰ ਫੁੱਟਣ ਵਾਸਤੇ ਅਜੇ ਸਾਨੂੰ ਬੜੀ ਮਿਹਨਤ ਕਰਨੀ ਪੈਣੀ ਹੈ। ਉਹ ਵੀ ਜੇ ਕੋਈ ਤਿੜ ਨੂੰ ਕਿਸੇ ਜ਼ਮੀਨ ਨੇ ਫੜ ਲਿਆ ਤਾਂ ਅਸੀਂ ਘਾਹ ਬਣ ਕੇ ਵਿਛ ਜਾਵਾਂਗੇ। ਨਹੀਂ ਤਾਂ ਠੀਕ ਹੈ, ਕੋਸ਼ਿਸ਼ ਕਰਦੇ ਰਹੋ। ਇਹ ਤਾਂ ਮਤਲਬ ਇਹ ਤਾਂ ਨਹੀਂ ਕਿ ਅਸੀਂ ਤੈਰਨਾ ਛੱਡ ਦਈਏ। ਬਹੁਤ ਅੱਛੇ, ਬਹੁਤ ਸਾਨੂੰ ਤਾਂ ਸੋ ਦੈਟਸ ਆਲ। ਇੰਨੀ ਜੀ ਮੈਨੂੰ ਲੱਗਦਾ ਗੱਲਾਂ ਤਾਂ ਬਹੁਤ ਹੁੰਦੀਆਂ ਰਹਿਣਗੀਆਂ, ਗੱਲਾਂ ਆਪਾਂ ਕਰਦੇ ਰਵਾਂਗੇ, ਕੋਈ ਗੱਲ ਨਹੀਂ। ਬਾਹਰ ਮੌਸਮ ਬਹੁਤ ਪਿਆਰਾ ਹੋ ਰਿਹਾ ਹੈ।